सतनाम वाहिगुरु साहिब जी। गुरु नानक अंगद गुरु अमरदास पद बंद रामदास अर्जन गुरु बर श्री हरगोबिंद हरि राय हर कृष्ण गुर तेग बहादुर चंद दसवें गोविंद सिंह गुर नमो चरण अरविंद। जिसमें है अमृत ज्ञान है माणक भगत बैराग। श्री गुरु ग्रंथ साहिब उदद बंदों कर अनुराग। श्री गुर शब्द कमाए जिन जीते पंच विकार। तिन संतन को बंदना सिर चरणन पर तार। कहाँ बुद्ध प्रभ तुच्छ हमारी वर्ण सक है महिमा जो तिहारी। हम ना सकत कर सिफत तुम्हारी आप ले हो तुम कथा सुधारी। होवै सिफत खसम दी नूर अरसहों कुरसहों झटिया। तुद डिठे सच्चे पातशाह मल जन्म जन्म दी कटी है। वाहिगुरु जी का खालसा वाहिगुरु जी की फतेह। सत्कारयोग सतगुरां दी साजी नवाजी गुरु प्यारी गुरु सवारी साध संगत जी। पातत पावन भगत वछल किरपा दे खजाने सतगुरु गरीब नवाज पातशाह धन धन साहिब श्री गुरु ग्रंथ साहिब महाराज सच्चे पातशाह जी की अपार किरपा रहमत बख्शिश हुई है। सतगुरु जी की मेहर का सदका गरीब नवाज सच्चे पातशाह जी के पवित्र अस्थान गुरुद्वारा शहीद बाबा निहाल सिंह जी
ਨਗਰ ਤੱਲਣ ਵਿਖੇ ਸੰਧਿਆ ਦੇ ਸਮੇਂ ਗੁਰੂ ਕੀ ਸੰਗਤ ਰੂਪ ਵਿੱਚ ਅਸੀਂ ਤੁਸੀਂ ਆਪਾਂ ਸਾਰੇ ਜੁੜ ਬੈਠੇ ਹਾਂ। ਸਤਿਗੁਰੂ ਜੀ ਨੇ ਦਰਸ਼ਨ ਦੇ ਕੇ ਨਿਹਾਲ ਕੀਤਾ ਹੈ ਕੋਟਾਨਕੋਟ, ਸ਼ੁਕਰ ਹੈ ਰਹਿਮਤਾਂ ਦੇ ਦਾਤੇ ਦਾ। ਉਪਰੰਤ ਰੱਬੀ ਬਾਣੀ ਦੇ ਰਸ ਭਿੰਨੇ ਕੀਰਤਨ ਗੁਰੂ ਕੇ ਕੀਰਤਨੀਏ ਰਾਗੀ ਸਿੰਘਾਂ ਦੇ ਪਾਸੋਂ ਸਰਵਣ ਕਰਨ ਦਾ ਮੌਕਾ ਮਿਲਿਆ। ਫਿਰ ਨਿੱਤਾ ਪ੍ਰਤੀ ਜੋ ਨਿਤ ਕਰਮ ਹੈ ਗੁਰੂ ਕੇ ਸਿੱਖਾਂ ਦਾ, ਤਿਸ ਦੇ ਮੁਤਾਬਕ ਰਹਿਰਾਸ ਸਾਹਿਬ ਦਾ ਪਾਠ ਬੜੇ ਪਿਆਰ ਸਤਿਕਾਰ ਦੇ ਨਾਲ ਗੁਰੂ ਕੇ ਗ੍ਰੰਥੀ ਸਿੰਘਾਂ ਨੇ ਕੀਤਾ ਹੈ। ਵਡਭਾਗੀ ਸੰਗਤਾਂ ਨੇ ਬੈਠ ਕੇ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ, ਆਨੰਦ ਮਾਣਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਵਿਖੇ ਜੋ ਦਸਮੇਸ਼ ਪਿਤਾ ਕਲਗੀਆਂ ਵਾਲੇ ਪਾਤਸ਼ਾਹ ਸਰਬੰਸਦਾਨੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਲੜੀਵਾਰ ਜੀਵਨ ਇਤਿਹਾਸ ਚੱਲ ਰਿਹਾ ਹੈ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ 5ਵੀਂ ਰੁੱਤ ਦੀ ਕਥਾ ਵਿੱਚ ਨਿੱਤ ਦੇ ਨਿਯਮ ਦੇ ਮੁਤਾਬਕ ਹਾਜ਼ਰੀ ਭਰਨ ਦਾ, ਕਥਾ ਨੂੰ ਪੜ੍ਹਨ ਦਾ ਅਤੇ ਸੁਣਨ ਦਾ ਆਪਾਂ ਨੂੰ ਸਮਾਂ ਪ੍ਰਾਪਤ ਹੋ ਰਿਹਾ ਹੈ। ਗੁਰੂ ਕੇ ਦਰੋਂ ਘਰੋਂ ਵਰੋਸਾਏ ਹੋਏ ਬ੍ਰਹਮ ਬੇਤੇ ਮਹਾਂਪੁਰਖ ਪਿਆਰੇ ਭਾਈ ਦਇਆ ਸਿੰਘ ਜੀ ਸੰਗਤਾਂ ਦੇ, ਸਿੱਖਾਂ ਦੇ ਬਹੁਤ ਹੀ ਵਿਦਵਤਾ ਭਰੇ ਸਵਾਲਾਂ ਦੇ ਜਵਾਬ ਦੇ ਰਹੇ ਹਨ। ਜਿਵੇਂ ਇਹ ਪ੍ਰਸੰਗ ਆਪਾਂ ਪਿਛਲੇ 2 ਹਫ਼ਤਿਆਂ ਤੋਂ ਲਗਾਤਾਰ ਸਰਵਣ ਕਰਦੇ ਆ ਰਹੇ ਹਾਂ। ਆਪਣੇ ਆਪੇ ਨੂੰ ਲਖਣਾ, ਆਪਣੇ ਆਤਮ ਸਰੂਪ ਨੂੰ ਜਾਣਨਾ, ਬ੍ਰਹਮ ਨੂੰ ਬਿੰਦਣਾ, ਆਤਮਾ ਨੂੰ ਪਰਮਾਤਮਾ ਵਿੱਚ ਲੀਨ ਕਰਨਾ, ਇਹ ਨਿਸ਼ਕਰਸ਼ ਕੱਢਦਿਆਂ ਹੋਇਆਂ, ਇਹ ਨਤੀਜਾ ਕੱਢਦਿਆਂ ਹੋਇਆਂ, ਇਹ ਰਿਜ਼ਲਟ ਕੱਢਦਿਆਂ ਹੋਇਆਂ ਜੋ ਆਤਮ ਕਥਾ ਸੀ, ਆਤਮ ਵਿਚਾਰ ਸਨ, ਉਸ ਪ੍ਰਸੰਗ ਦੀ ਸਮਾਪਤੀ ਹੋਈ ਹੈ। ਅੱਗੇ ਪਿਆਰੇ ਭਾਈ ਦਇਆ ਸਿੰਘ ਜੀ ਸੰਗਤਾਂ ਦੇ ਹੋਰ ਸਵਾਲਾਂ ਦੇ ਜਵਾਬ ਦਿੰਦੇ ਹਨ। ਗੁਰੂ ਕੇ ਸਿੱਖਾਂ ਨੇ ਪੁੱਛਿਆ ਕਿ ਭਾਈ ਦਇਆ ਸਿੰਘ ਜੀ, ਆਪ ਜੀ ਨੇ ਸਨਾਤਨੀਆਂ ਦਾ ਮਤ ਵੀ ਦੱਸ ਦਿੱਤਾ, ਵੇਦਾਂਤੀਆਂ ਦਾ ਮਤ ਦੱਸ ਦਿੱਤਾ ਕਿ ਵੇਦਾਂਤ ਵਾਲੇ ਕਿਵੇਂ ਆਤਮਾ ਨੂੰ ਪਰਮਾਤਮਾ ਵਿੱਚ ਲੀਨ ਕਰਨ ਵਾਸਤੇ ਕਿਹੜੇ-ਕਿਹੜੇ ਸਾਧਨ ਵਰਤਦੇ ਹੈ, ਕਿ ਸਾਧਨ ਨੂੰ ਵਰਤਣ ਦਾ ਤਰੀਕਾ ਕੀ ਹੈ। ਨਾਲ ਨਾਲ ਗੁਰਮਤਿ ਮਾਰਗ ਵੀ ਦੱਸਿਆ ਵੀ ਗੁਰਮਤਿ ਦਾ ਮਤ ਆ ਕਹਿੰਦਾ ਹੈ, ਗੁਰੂ ਕੀ ਮਤ, ਗੁਰੂ ਕਾ ਵਿਚਾਰ ਇਹ ਹੈ। ਇਹਦੇ ਬਾਰੇ ਆਪ ਜੀ ਹੁਣ ਕਿਰਪਾ ਕਰਕੇ ਸਾਨੂੰ ਦੱਸੋ ਕਿ ਜੋ ਯੋਗੀਆਂ ਦਾ ਮਤ ਹੈ, ਸਿੱਧਾਂ ਦਾ ਮਤ ਹੈ, ਯੋਗ ਸਾਧਨ ਵਾਲੇ, ਪ੍ਰਾਣਾਯਾਮ ਕਰਨ ਵਾਲੇ, ਯਮ ਨੇਮ ਇਤਿਆਦਿਕ ਨਿਯਮਾਂ ਨੂੰ ਕਰਨ ਵਾਲੇ ਜਿਹੜੇ ਵੱਡੇ ਵੱਡੇ ਸਿੱਧ ਪੁਰਖ ਹਨ, ਯੋਗੀ ਹਨ, ਉਹ ਯੋਗ ਮਤ ਬਾਰੇ ਸਾਨੂੰ ਵਿਸਥਾਰ ਸਹਿਤ ਦੱਸੋ ਵੀ ਯੋਗ ਮਤ ਦੇ ਕਿੰਨੇ ਅੰਗ ਹੈ, ਕੀ ਕੁਝ ਉਹਨਾਂ ਨੂੰ ਕਰਨਾ ਕਰਾਉਣਾ ਪੈਂਦਾ ਹੈ, ਅਤੇ ਕਿਵੇਂ ਇੱਕ ਯੋਗੀ, ਇੱਕ ਸਾਧਕ ਉਸ ਸਿੱਧ ਦੀ ਅਵਸਥਾ ਤੱਕ ਪਹੁੰਚਦਾ ਹੈ, ਕਿਵੇਂ ਇੱਕ ਜਗਿਆਸੂ ਜਿਹੜਾ ਜੁੜ ਕੇ ਉਹ ਯੋਗ ਦੀ ਅਵਸਥਾ ਤੱਕ ਪਹੁੰਚਦਾ, ਕਿਉਂਕਿ ਯੋਗ ਨਾਮ ਜੁੜਨ ਦਾ ਹੈ। ਵੱਖ-ਵੱਖ ਮਤ ਮਤਾਂਤਰ ਹਨ ਪਰ ਸਾਰਿਆਂ ਦਾ ਮਕਸਦ ਇੱਕੋ ਹੀ ਹੁੰਦਾ ਗੁਰੂ ਪਿਆਰਿਓ, ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜਨਾ, ਇੱਕਮਿਕ ਹੋਣਾ, ਆਪਣੇ ਆਤਮਾ ਨੂੰ ਬ੍ਰਹਮ ਦੇ ਵਿੱਚ ਲੀਨ ਕਰਨਾ। ਗੁਰੂ ਕੇ ਵਿਦਵਾਨ ਸਿੱਖ ਜਿਵੇਂ ਭਾਈ ਦਇਆ ਸਿੰਘ ਜੀ ਨੂੰ ਪ੍ਰਸ਼ਨ ਕਰ ਰਹੇ ਹਨ, ਅਤੇ ਪਿਆਰੇ ਭਾਈ ਦਇਆ ਸਿੰਘ ਜੀ ਜਿਸ ਵਿਦਵਤਾ ਦੇ ਸਹਿਤ
ਜਿਸ ਸੂਝ-ਬੂਝ ਦੇ ਸਹਿਤ ਗੁਰੂ ਕੇ ਸਿੱਖਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਹਨ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਅੱਜ ਜੋ ਨਵਾਂ ਪ੍ਰਸੰਗ 44ਵਾਂ ਅਧਿਆਏ ਇਸ 5ਵੀਂ ਰੁੱਤ ਦਾ ਆਰੰਭ ਹੋ ਰਿਹਾ ਹੈ। 44ਵਾਂ ਅੰਸੂ ਯੋਗ ਵਰਣਨ। ਸੋ ਯੋਗ ਦਾ ਵਰਣਨ ਜਿਸ ਪ੍ਰਕਾਰ ਕੀਤਾ ਹੈ ਭਾਈ ਦਇਆ ਸਿੰਘ ਜੀ ਨੇ, ਪਿਆਰ ਦੇ ਨਾਲ ਸਰਵਣ ਕਰੀਏ ਜੀ। ਮਨ ਬਿਰਤੀਆਂ ਦੀ ਇਕਾਗਰਤਾ ਲਈ ਸਤਿਗੁਰਾਂ ਨੂੰ ਸੀਸ ਝੁਕਾਉਂਦੇ ਹੋਏ ਇੱਕ ਵਾਰੀ ਉਚਾਰਨ ਕਰੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਦਿ ਯੋਗ ਸਵਈਆ ਸ਼ੰਦਾ ਅੰਗ ਜੋਗ ਤੇ ਅਸ਼ਟਕ ਨੀਚਾ ਜਾਮਿਆ ਨੇਮ ਸੋ ਆਸਣ ਤੀਨਾ। ਅਥ ਯੋਗ। ਅਥ ਨਾਮ ਹੈ ਹੁਣ ਦਾ, ਯੋਗ ਨਾਮ ਹੈ ਜੁੜਨ ਦਾ। ਵਾਹਿਗੁਰੂ ਦੇ ਨਾਲ ਜੁੜਨ ਦੇ ਲਈ ਜਿਹੜਾ ਯੋਗ ਸਾਧਨਾ ਕਰਦੇ ਹਨ ਉਹਦਾ ਵਿਸਥਾਰ ਕਰਕੇ ਭਾਈ ਦਇਆ ਸਿੰਘ ਜੀ ਦੱਸ ਰਹੇ ਹੈ ਸਵਈਏ ਛੰਦ ਦੇ ਵਿੱਚ ਕਿ ਅੰਗ ਜੋਗ ਕੇ ਅਸ਼ਟ ਗਨੀਜੈ ਹੈ, ਜਮ ਅਰ ਨੇਮ ਸੋ ਆਸਨ ਤੀਨ। ਕਹਿੰਦੇ ਯੋਗ ਦੇ 8 ਭਾਗ ਹੈ, 8 ਅੰਗ ਹੈ, 8 ਹਿੱਸੇ ਹੈ। ਯੋਗ ਨੂੰ ਸਮਝਣ ਦੇ ਲਈ, ਯੋਗ ਦਰਸ਼ਨ ਨੂੰ ਸੁਖੈਨ ਤਰੀਕੇ ਦੇ ਨਾਲ ਜਾਣਨ ਦੇ ਲਈ ਕਹਿੰਦੇ ਇਹਨੂੰ 8 ਹਿੱਸਿਆਂ ਦੇ ਵਿੱਚ ਵੰਡਣਾ ਪਵੇਗਾ। ਇਹਦੇ 8 ਪਾਰਟ ਕਰਨੇ ਪੈਣਗੇ ਆਪਾਂ ਨੂੰ, ਤਾਂ ਕਿ ਇਕੱਲਾ ਇਕੱਲਾ ਜੋ ਯੋਗ ਦਾ ਹਿੱਸਾ ਹੈ ਉਹ ਸਮਝ ਵਿੱਚ ਆ ਸਕੇ। ਕਹਿੰਦੇ ਅੰਗ ਯੋਗ ਕੇ ਅਸ਼ਟ ਗਨੀਜੈ। ਭਾਈ ਦਇਆ ਸਿੰਘ ਜੀ ਕਹਿਣ ਲੱਗੇ, ਖਾਲਸਾ ਜੀ ਯੋਗ ਦੇ 8 ਅੰਗ ਗਿਣੇ ਜਾਂਦੇ ਹੈ। 8 ਪ੍ਰਕਾਰ ਦੇ ਨਾਲ ਜੇਕਰ ਯੋਗ ਸਾਧਨਾਵਾਂ ਸਾਧੀਆਂ ਜਾਣ ਤੇ ਇੱਕ ਸੰਪੂਰਨ ਯੋਗੀ ਬਣਦਾ ਹੈ। ਉਸ ਵੇਲੇ ਪੂਰਨ ਯੋਗ ਮੰਨਿਆ ਜਾਂਦਾ ਹੈ ਕਿ ਇਹ ਪੂਰਨ ਤੌਰ 'ਤੇ ਜੁੜ ਗਿਆ ਹੈ। ਉਹ 8 ਅੰਗ ਕਿਹੜੇ ਹੈ? ਕਹਿੰਦੇ ਜਮ ਅਰ ਨੇਮ ਸੋ ਆਸਨ ਤੀਨ। ਪਹਿਲਾਂ 3 ਗਿਣਦੇ ਹੈ। ਕਿਹੜੇ ਕਿਹੜੇ ਹੈ? ਕਹਿੰਦੇ ਪਹਿਲਾ ਜਮ ਹੈ, ਦੂਸਰਾ ਨੇਮ ਹੈ, ਔਰ ਇਸੇ ਪ੍ਰਕਾਰ ਤੀਜਾ ਆਸਣ ਜਾਣ ਲਵੋ। ਪ੍ਰਾਣਾਯਾਮ ਰੂਪ ਪ੍ਰਤਿਆਹਾਰ ਹੈ ਔਰ ਧਾਰਨਾ ਧਿਆਨ ਪਰਵੀਨਾ। ਫਿਰ ਕਹਿੰਦੇ ਅੱਗੇ ਹੈ ਪ੍ਰਾਣਾਯਾਮ ਕਰਨਾ। ਸਵਾਸਾਂ ਨੂੰ ਸੂਰਜ ਦੀ ਜਿਹੜੀ ਸੁਰ ਹੈ ਇਸ ਰਾਹੀਂ ਸੱਜੇ ਪਾਸੇ ਦੀ ਜਿਹੜੀ ਆਪਣੀ ਨਾਸ ਹੈ ਇੱਧਰੋਂ ਇਹਨਾਂ ਸਵਾਸਾਂ ਨੂੰ ਚੜ੍ਹਾ ਲੈਣਾ। 10ਵਾਂ ਦੁਆਰ ਇਹਨੂੰ ਰੇਚਕ ਕਹਿੰਦੇ ਹੈ। ਅਤੇ ਫਿਰ ਇਹਨੂੰ ਉੱਪਰ 10ਵੇਂ ਦੁਆਰ ਵਿੱਚ ਸਵਾਸਾਂ ਨੂੰ ਟਿਕਾ ਕੇ ਰੱਖਣਾ, ਕੁੰਭਕ। ਅਤੇ ਫਿਰ ਦੂਸਰੇ ਪਾਸੇ ਦੀ ਉਹਨਾਂ ਸਵਾਸਾਂ ਨੂੰ ਹੇਠਾਂ ਲਾਉਣਾ ਕੁਝ ਦੇਰ ਟਿਕਾਉਣ ਤੋਂ ਬਾਅਦ ਇਹਨੂੰ ਕਹਿੰਦੇ ਆ ਰੇਚਕ ਪੂਰਕ ਕੁੰਭਕ। ਜਿਹੜੀ ਇਹ ਗੁਰਬਾਣੀ ਵਿੱਚ ਵੀ ਜਗ੍ਹਾ ਜਗ੍ਹਾ ਦੇ ਉੱਤੇ ਜ਼ਿਕਰ ਆਇਆ ਜਿੱਥੇ ਯੋਗ ਮੱਤ ਦੀ ਗੱਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੀਤੀ ਹੈ। ਕਹਿੰਦੇ ਇਸ ਪ੍ਰਕਾਰ ਜਿਹੜਾ ਪ੍ਰਾਣਾਯਾਮ ਹੈ ਔਰ ਪ੍ਰਤਿਹਾਰ ਹੈ, ਪ੍ਰਤ ਆਹਾਰ ਹੈ, ਇਹ ਵੀ ਯੋਗ ਦਾ ਅੰਗ ਹੈ। ਔਰ ਧਾਰਨਾ ਧਿਆਨ, ਧਾਰਨਾ ਔਰ ਧਿਆਨ ਲਾਉਣਾ। ਪ੍ਰਵੀਨ ਹੈ ਸ੍ਰੇਸ਼ਟ ਬੁੱਧੀ ਵਾਲੇ ਗੁਰਸਿੱਖੋ ਸਮਝੋ ਇਸ ਨੂੰ। ਅਸ਼ਟਮ ਅੰਗ ਸਮਾਧਨ ਕੀਜਾ ਪੂਰਵ ਸ਼ਮ 15 ਬਿਦ ਚੀਨਾ। ਫਿਰ ਕਹਿੰਦੇ 7 ਅੰਗ ਇਹ ਪਹਿਲੇ ਹੋ ਗਏ ਤੇ 8ਵਾਂ ਅੰਗ ਜਿਹੜਾ ਯੋਗ ਦਾ ਉਹ ਸਮਾਧੀ ਜਾਣ ਲਵੋ। ਪੂਰਵ ਯਮ 15 ਬਿਦ ਚੀਨ। ਕਹਿੰਦੇ ਸਾਰਿਆਂ ਤੋਂ ਪਹਿਲਾਂ ਕਹਿੰਦੇ ਆਪਾਂ ਜਿਹੜਾ ਯਮ ਕਿਹਾ ਹੈ ਉਹਨੂੰ 15 ਤਰੀਕਿਆਂ ਦੇ ਨਾਲ ਜਾਣਿਆ ਜਾਂਦਾ, ਉਸ ਨੂੰ ਜਾਣੀਏ। ਲਏ ਬੱਚੇ ਪਾਪ ਪਰਮਾਦ ਜੋ ਨਿੰਦਰਾ ਨਿਰ ਚਾਰਨ ਤੇ ਮਨ ਹੋਏ ਹੀਨਾ। ਹਾਂ, ਫਿਰ ਕਹਿੰਦੇ ਜਿਹੜਾ ਯਮ ਹੈ ਇਹ 15 ਪ੍ਰਕਾਰ ਦਾ ਹੈ। ਕਈਆਂ ਨੇ ਯੋਗ ਸ਼ਾਸਤਰ ਵਾਲਿਆਂ ਨੇ ਇਹਨੂੰ 10 ਪ੍ਰਕਾਰ ਦਾ ਵੀ ਮੰਨਿਆ। ਯਾਗਵਲਕ ਰਿਖੀ ਵਰਗਿਆਂ ਨੇ ਉਹਨਾਂ ਨੇ ਇਹਨੂੰ 5 ਪ੍ਰਕਾਰ ਦਾ ਵੀ ਮੰਨਿਆ। ਪਰ ਇੱਥੇ ਜੋ 15 ਪ੍ਰਕਾਰ ਦਾ ਮੰਨਿਆ ਜਾਂਦਾ ਉਹਦਾ ਵਿਸਥਾਰ
ਭਾਈ ਦਇਆ ਸਿੰਘ ਜੀ ਦੱਸ ਰਹੇ ਹੈ। ਕਹਿੰਦੇ ਸਭ ਤੋਂ ਪਹਿਲਾਂ ਤਾਂ ਲੈ, ਵਿਖੇਪ, ਪ੍ਰਮਾਦ ਅਤੇ ਨਿੰਦਰਾ, ਇਹ ਜਿਹੜੀਆਂ ਚਾਰ ਚੀਜ਼ਾਂ ਇਹਨਾਂ ਤੋਂ ਹੀਣ ਹੋਵੇ, ਰਹਿਤ ਹੋਵੇ। ਲੈ ਕਹਿੰਦੇ ਆ ਜਦੋਂ ਆਪਾਂ ਇੱਕ ਰਸ ਇੱਕ ਲੈ ਬੈਠਦੇ ਹਾਂ ਜੁੜ ਕੇ, ਅਤੇ ਉਸ ਲੈ ਦੇ ਵਿੱਚ, ਉਸ ਲੈਤਾ ਦੇ ਵਿੱਚ ਆਪਾਂ ਨੂੰ ਕਈ ਵਾਰ ਨੀਂਦ ਆਉਣ ਲੱਗ ਪੈਂਦੀ ਹੈ। ਅਤੇ ਇਸੇ ਤਰ੍ਹਾਂ ਹੀ ਵਿਖੇਪ, ਇਹ ਵਿਆਕੁਲਤਾ ਆਉਣ ਲੱਗ ਪੈਂਦੀ ਹੈ। ਬੈਠਿਆਂ ਬੈਠਿਆਂ ਨੂੰ ਆਪਣਾ ਮਨ ਵਿਆਕੁਲ ਜਿਹਾ ਹੋ ਜਾਂਦਾ ਵੀ ਬਹੁਤ ਟਾਈਮ ਹੋ ਗਿਆ ਬੈਠਿਆਂ ਨੂੰ, ਹੁਣ ਆਪਾਂ ਨੂੰ ਉੱਠ ਖੜੋਣਾ ਚਾਹੀਦਾ, ਉਹਨੂੰ ਵਿਖੇਪ ਕਹਿੰਦੇ ਹੈ। ਅਤੇ ਪ੍ਰਮਾਦ ਵੀ ਇੱਕ ਤਰ੍ਹਾਂ ਦਾ ਜਿਵੇਂ ਨਸ਼ਾ ਹੁੰਦਾ ਹੈ। ਸੋ ਆਪਾਂ ਨੂੰ ਕਈ ਵਾਰ ਆਪਾਂ ਜੁੜਦੇ ਹਾਂ, ਪਾਠ ਕਰਦੇ ਹਾਂ, ਸਮਾਧੀ ਵਿੱਚ ਬਹਿੰਦੇ ਹੈ, ਅਤੇ ਉਸ ਵੇਲੇ ਇੱਕ ਘੁੱਗੀ ਜਿਹੀ ਚੜ੍ਹਨ ਲੱਗ ਪੈਂਦੀ ਹੈ। ਮਤਲਬ ਬੰਦਾ ਬੇਹੋਸ਼ੀ ਦੀ ਹਾਲਤ ਜਿਹਦੇ ਵਿੱਚ ਚਲਿਆ ਜਾਂਦਾ, ਨਾਮ ਜਪਦਿਆਂ ਜਪਦਿਆਂ ਨੂੰ ਪਤਾ ਨਹੀਂ ਲੱਗਦਾ ਵੀ ਮੈਂ ਕਿੱਥੇ ਬਾਣੀ ਪੜ੍ਹ ਰਿਹਾ ਸੀ। ਕਈ ਵਾਰ ਹੁੰਦਾ ਨਾ ਆਪਣੇ ਨਾਲ, ਆਪਾਂ ਪਾਠ ਗੁਟਕਾ ਸਾਹਿਬ ਹੱਥ ਦੇ ਵਿੱਚ ਹੁੰਦਾ, ਨਿਤਨੇਮ ਆਪਣੇ ਆਪਾਂ ਪਾਠ ਕਰਦੇ ਹਾਂ, ਅਤੇ ਉਹ ਆਪਣਾ ਧਿਆਨ ਜਦੋਂ ਲੱਗ ਕੇ ਨਾ ਇੱਕਦਮ ਪਤਾ ਨਹੀਂ ਧਿਆਨ ਕਿੱਧਰ ਨੂੰ ਚਲਿਆ ਜਾਂਦਾ। ਇਹਨੂੰ ਪ੍ਰਮਾਦ ਕਹਿੰਦੇ ਆ, ਬੇਹੋਸ਼ੀ ਦੀ ਹਾਲਤ ਵਿੱਚ ਚਲੇ ਜਾਣਾ। ਸੋ ਇਸ ਪ੍ਰਕਾਰ ਨਿੰਦਰਾ, ਇਹਦਾ ਸਪਸ਼ਟ ਹੀ ਅਰਥ ਹੈ ਵੀ ਨੀਂਦ ਆ ਜਾਣੀ। ਇਹਨਾਂ ਚਾਰਾਂ ਤੋਂ ਰਹਿਤ ਹੋਣਾ, ਇਹ ਕਹਿੰਦੇ ਪਹਿਲੇ ਪ੍ਰਕਾਰ ਦਾ ਯਮ ਹੈ। ਫਿਰ ਕਹਿੰਦੇ ਜਥਾ ਲਾਭ, ਜਿੰਨਾ ਕੁ ਫਾਇਦਾ ਹੋਵੇ ਕਿਸੇ ਵਪਾਰ ਵਿੱਚੋਂ, ਕੰਮ ਦੇ ਵਿੱਚੋਂ, ਉਨੇ ਵਿੱਚ ਹੀ ਸੰਤੁਸ਼ਟੀ ਹੋਣੀ। ਜਿੰਨਾ ਕੁ ਲਾਭ ਹੋਵੇ ਉਸੇ ਦੇ ਵਿੱਚ ਸੰਤੁਸ਼ਟੀ ਹੋਣੀ, ਇਹ ਦੂਜੇ ਪ੍ਰਕਾਰ ਦਾ ਯਮ ਹੈ। ਅਤੇ ਤੀਜੇ ਪ੍ਰਕਾਰ ਦਾ ਯਮ ਕੀ ਹੈ? ਮੌਨ ਰਹਿਣਾ। ਮੌਨ ਤੋਂ ਭਾਵ ਇੱਥੇ ਨਹੀਂ ਬਿਲਕੁਲ ਚੁੱਪ ਸਾਧ ਲੈਣੀ, ਜਿਹਨੂੰ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਸ ਨੂੰ ਆਖਿਆ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ। ਸਿਰਫ ਮੂੰਹ ਤੋਂ ਚੁੱਪ ਹੋਣ ਦੇ ਨਾਲ, ਚੁੱਪ ਰਹਿਣ ਦੇ ਨਾਲ ਮਨ ਸਾਡਾ ਚੁੱਪ ਨਹੀਂ ਹੁੰਦਾ। ਅਤੇ ਜਾਂ ਕਈਆਂ ਦਾ ਵੈਸੇ ਸੁਭਾਅ ਹੁੰਦਾ ਵੀ ਬਹੁਤ ਜ਼ਿਆਦਾ ਬੋਲਦੇ ਹੁੰਦੇ ਹੈ। ਕਹਿੰਦੇ ਜਿਹਨੇ ਯੋਗ ਸਾਧਨਾ ਨਾ, ਯੋਗੀ ਬਣਨਾ ਹੈ, ਉਹਦੇ ਵਾਸਤੇ ਇਹ ਤੀਜਾ ਜਿਹੜਾ ਯਮ ਹੈ ਉਹ ਮੌਨ ਤਜਨ, ਮਿਥਿਆ ਬਚ ਹੋਏ। ਕਹਿੰਦੇ ਮੌਨ ਧਾਰਨ ਕਰਨਾ, ਤਜ ਦੇਣਾ ਜਿਹੜੇ ਮਿਥਿਆ ਵਚਨ ਹੈ, ਐਵੇਂ ਬਿਨਾਂ ਗੱਲ ਤੋਂ ਬਕਵਾਦ ਕਰਨਾ, ਬਹੁਤਾ ਬੋਲੀ ਜਾਣਾ, ਝੂਠੇ ਵਚਨ ਕਰਨੇ, ਇਹਨੂੰ ਤਿਆਗ ਕੇ ਮੌਨ ਧਾਰਨ ਕਰੇ, ਇਹ ਤੀਜਾ ਯਮ ਹੈ। ਫਿਰ ਕਹਿੰਦੇ ਸ਼ਬਦ ਆਦਿਕ ਕੇ ਵਿਖਿਆ ਤਿਆਗਣ। ਸ਼ਬਦ ਆਦਿਕ ਤੋਂ ਭਾਵ ਹੈ ਸ਼ਬਦ, ਸਪਰਸ, ਰੂਪ, ਰਸ, ਗੰਧ, ਇਹਨਾਂ ਸਾਰਿਆਂ ਦੇ ਵਿਸ਼ਿਆਂ ਦਾ ਤਿਆਗ ਕਰ ਦੇਣਾ। ਔਰ ਇੰਦਰੈ ਨਿਗ੍ਰਹਿ ਜਾਂ ਕੇ ਹੋਏ, ਅਤੇ ਇੰਦਰੀਆਂ ਨੂੰ ਵੀ ਮਾੜੇ ਕਰਮਾਂ ਤੋਂ ਰੋਕ ਲੈਣਾ। ਜਿਹਨੇ ਇਹਨਾਂ ਨੂੰ ਰੋਕ ਲਿਆ ਮਾੜੇ ਕਰਮਾਂ ਤੋਂ, ਕਹਿੰਦੇ ਇਹ ਵੀ ਇੱਕ ਪ੍ਰਕਾਰ ਦਾ ਯਮ ਹੈ। ਫਿਰ ਦਇਆ ਹਿਰਦੇ ਵਿੱਚ ਧਾਰਨ ਕਰਨੀ। ਕਿਸੇ ਵੀ ਪ੍ਰਾਣਾਧਾਰੀ ਭੂਤ ਕਹੀਏ, ਪ੍ਰਾਣੀ ਜੀਵ, ਪ੍ਰਾਣਾਧਾਰੀ ਜੀਵ ਦੇ ਉੱਤੇ ਅਹਿੰਸਾ ਨਾ ਕਰਨੀ, ਉਹਨੂੰ ਦੁੱਖ ਨਾ ਦੇਣਾ, ਸਾਰਿਆਂ ਦੇ ਉੱਤੇ ਦਇਆ ਕਰਨੀ। ਇਸ ਨੂੰ ਵੀ ਕਹਿੰਦੇ ਅਗਲਾ ਯਮ ਕਹਿੰਦੇ ਹਨ। ਅਤੇ ਫਿਰ ਅਗਲਾ ਯਮ ਹੈ ਜਿਹੜਾ, ਉਹਦਾ ਨਾਮ ਹੈ ਆਰਜਵ, ਬਿਨਾਂ ਕੁਟਲਤਾ ਜੋ, ਬਿਨਾਂ ਕੁਟਲਤਾ ਤੋਂ ਰਹਿਣਾ। ਕਿਉਂਕਿ ਕਈਆਂ ਦੇ ਵਿੱਚ ਕੁਟਲਤਾ ਬਹੁਤ ਹੁੰਦੀ ਹੈ, ਟੇਢੇ ਹੀ ਚੱਲਦੇ ਰਹਿੰਦੇ ਹੈ, ਮਨ ਨੂੰ ਟੇਢੇ ਪਾਸੇ ਜਾਣ ਤੋਂ ਰੋਕ ਲੈਣਾ, ਇਹਨੂੰ ਆਰਜਵ ਯਮ ਕਹਿੰਦੇ ਹੈ। ਐਨ ਸਿੱਧਾ ਮਨ ਪਰਮੇਸ਼ਰ ਦੇ ਨਾਲ ਇਕਮਿਕ ਕਰਨ ਦੇ ਲਈ ਇਹ ਹਿਰਦੇ ਵਿੱਚ ਧਾਰਨ ਕਰ ਲੈਣਾ ਕਿ ਮੈਂ ਹੁਣ ਕੋਈ ਟੇਢ ਵਿੰਗ ਵਾਲੀ ਗੱਲ ਨਹੀਂ ਕਰਨੀ। ਜਦੋਂ ਭਗਤੀ ਕਰਨੀ ਹੈ ਨਾ, ਉਸ ਵੇਲੇ ਕੁਟਲਤਾ ਛੱਡ ਦੇਣੀ ਚਾਹੀਦੀ ਹੈ। ਕਿਉਂਕਿ ਕਈ ਲੋਕ ਬੜੇ ਕੁਟਲ ਨੀਤੀਵਾਨ ਹੁੰਦੇ ਆ। ਆਪਾਂ ਰਾਜਨੀਤਿਕ ਲੀਡਰਾਂ ਨੂੰ ਕਹਿੰਦੇ ਆ ਨਾ, ਕਈਆਂ ਨੂੰ ਵੀ ਉਹ ਤਾਂ ਬੜਾ ਕੁਟਲ ਨੀਤੀਵਾਨ ਹੈ। ਕੁਟਲ ਦਾ ਭਾਵ ਹੁੰਦਾ ਟੇਢਾ, ਵੀ ਉਹ ਜਿਹੜਾ ਵੀ ਕੰਮ ਕਰਦਾ ਡਾਇਰੈਕਟ ਨਹੀਂ ਕਰਦਾ, ਇਨਡਾਇਰੈਕਟ ਤਰੀਕੇ ਦੇ ਨਾਲ ਹਰੇਕ ਕੰਮ ਦਾ ਹੱਲ ਕਰਨਾ ਜਾਣਦਾ। ਇਸ ਕਰਕੇ ਉਹਨੂੰ ਆਪਾਂ ਕੁਟਲ ਕਹਿੰਦੇ ਹਾਂ। ਕੁਟਲਤਾ ਹੁੰਦਾ ਟੇਢਾ ਚੱਲਣਾ, ਟੇਢੀਆਂ ਵਿੰਗੀਆਂ ਤਰਤੀਬਾਂ ਬਣਾਉਂਦੇ ਰਹਿਣਾ, ਸਕੀਮਾਂ ਲਾਉਂਦੇ ਰਹਿਣਾ, ਉਹਨੂੰ ਕਹਿੰਦੇ ਕੁਟਲਤਾ। ਕਹਿੰਦੇ ਕੁਟਲਤਾ ਤੋਂ ਰਹਿਤ ਹੋਣਾ, ਇਸ ਨੂੰ ਆਰਜਵ ਯਮ ਕਿਹਾ ਜਾਂਦਾ ਹੈ।
ਫਿਰ ਹਰ ਪ੍ਰਕਾਰ ਦੇ ਵਿਵਹਾਰ ਦੇ ਵਿੱਚ ਚਤੁਰਤਾ ਹੋਣੀ, ਚਾਤਰ ਹੋਣਾ, ਸੂਝ-ਬੂਝ ਹੋਣੀ, ਸਿਆਣੇ ਬਣ ਕੇ ਹਰੇਕ ਕੰਮ ਕਰਨਾ, ਇਸ ਨੂੰ ਕਹਿੰਦੇ ਦਾਖਣ ਯਮ ਕਿਹਾ ਜਾਂਦਾ ਹੈ। ਆਗ੍ਰਹਿ ਨਾਮ ਹੈ ਹੱਠ ਦਾ, ਜਿੱਦ ਦਾ। ਕਿਉਂਕਿ ਕਈ ਲੋਕ ਬਹੁਤ ਜਿੱਦ ਕਰਕੇ ਕਾਰਜ ਕਰਦੇ ਆ, ਕੋਈ ਵੀ ਕਾਰਜ ਕਰਦੇ ਆ, ਕਹਿੰਦੇ ਜਿਹਨੇ ਯੋਗ ਸਾਧਨਾ ਹੋਵੇ ਉਹਨੂੰ ਕਹਿੰਦੇ ਹੱਠ ਵੀ ਛੱਡ ਦੇਣਾ ਚਾਹੀਦਾ। ਆਗ੍ਰਹਿ ਹੈ ਕੋ ਤਿਆਗਨ ਸੋਏ, ਹੱਠ ਨੂੰ ਤਿਆਗ ਦੇਣਾ ਇਹ ਵੀ ਇੱਕ ਯਮ ਹੈ। ਫਿਰ ਕਹਿੰਦੇ ਨਾ ਤਾਂ ਸਰੀਰਕ ਤੌਰ ਦੇ ਉੱਤੇ ਦੰਭ ਕਮਾਵੇ ਤੇ ਨਾ ਹੀ ਮਨ ਦੇ ਵਿੱਚ ਕੋਈ ਦੰਭ ਪਖੰਡ ਹੋਵੇ, ਔਰ ਹਰ ਪ੍ਰਕਾਰ ਦੀ ਲਾਲਸਾ ਦਾ ਤਿਆਗ ਕਰ ਦੇਣਾ ਤੇ ਸਿਰਫ ਕਲਿਆਣ ਦੀ, ਮੁਕਤੀ ਦੀ ਇੱਛਾ ਮਨ ਦੇ ਵਿੱਚ ਰੱਖਣੀ, ਇਹ ਵੀ ਇੱਕ ਪ੍ਰਕਾਰ ਦਾ ਯਮ ਹੈ। ਮਨ ਤੇ ਕਰੇ, ਭਗਤੀ ਨੂੰ ਕਰਨਾ ਨਾ ਜਿਹੜਾ ਉਹ ਪੂਰੇ ਮਨ ਦੇ ਨਾਲ ਕਰੇ, ਦੰਭ ਨਾ ਹੋਵੇ, ਉਹਦੇ ਵਿੱਚ ਪਖੰਡ ਨਾ ਹੋਵੇ, ਦਿਖਾਵਾ ਨਾ ਹੋਵੇ। ਜਿਵੇਂ ਆਪਾਂ ਵੀ ਕਈ ਵਾਰ ਆਪਣੇ ਵਿੱਚ ਵੀ ਆ ਜਾਂਦਾ ਹੈ ਵੀ ਜਦੋਂ ਗੁਰੂ ਕਾ ਸਿੱਖ ਪਾਠ ਕਰਦਾ ਫਿਰਦਾ ਹੁੰਦਾ ਨਾ ਤੇ ਕੋਈ ਨੇੜੇ ਜਦੀ ਲੰਘਦਾ ਹੋਵੇ ਤੇ ਫਿਰ ਕਈ ਵਾਰ ਸਾਡਾ ਸੁਭਾਅ ਇਸ ਤਰ੍ਹਾਂ ਹੁੰਦਾ ਵੀ ਅਸੀਂ ਜਾਣ ਬੁੱਝ ਕੇ ਉੱਚੀ ਉੱਚੀ ਬੋਲ ਕੇ ਕਰਨ ਲੱਗ ਪੈਂਦੇ ਵੀ ਦੂਜੇ ਨੂੰ ਪਤਾ ਲੱਗੇ ਵੀ ਪਾਠ ਕਰ ਰਿਹਾ, ਜਾਂ ਮਾਲਾ ਜਿਹੜੀ ਉਹ ਦਿਖਾ ਕੇ ਫੇਰਨੀ। ਸੋ ਇਸੇ ਪ੍ਰਕਾਰ ਕਈ ਵਾਰ ਐਸਾ ਵੀ ਹੁੰਦਾ ਹੈ, ਐਸੀਆਂ ਵਿਚਾਰਾਂ ਵੀ ਚੱਲਦੀਆਂ ਜੀ ਅਸੀਂ 3 ਤਖਤ ਸਾਹਿਬਾਨਾਂ ਦੇ ਉੱਤੇ ਤਾਂ ਪਹਿਲਾਂ ਬਹਿ ਕੇ ਇੰਨੇ ਪਾਠ ਕਰ ਆਏ, ਜਾਪ ਕਰ ਆਏ, ਹੁਣ ਅਸੀਂ 4ਥੇ ਤਖਤ 'ਤੇ ਜਾਣਾ, ਹੁਣ ਅਸੀਂ ਪਟਨਾ ਸਾਹਿਬ ਜਾ ਕੇ ਇੰਨੇ ਜਾਪ ਕਰਾਂਗੇ, ਲੋਕਾਂ ਨੂੰ ਦੱਸਦੇ ਫਿਰਨਾ, ਹੁਣ ਅਸੀਂ ਹਜੂਰ ਸਾਹਿਬ ਇੰਨਾ ਸਿਮਰਨ ਕਰਨਾ ਹੈ। ਸੋ ਲੋਕਾਂ ਦੇ ਵਿੱਚ ਦਿਖਾਵਾ ਨਾ ਕਰੇ, ਕਹਿੰਦੇ ਜੋ ਕੁਝ ਕਰੇ ਮਨ ਦੇ ਨਾਲ ਕਰੇ, ਕਿਉਂਕਿ ਇਹ ਦਿਖਾਉਣ ਵਾਲੀਆਂ ਚੀਜ਼ਾਂ ਨਹੀਂ ਹੁੰਦੀਆਂ। ਗੁਰਮੁਖ ਪਿਆਰਿਓ, ਸਿਆਣੇ ਵਿਦਵਾਨਾਂ ਦਾ ਕਥਨ ਆ ਨਾ, ਜਿਵੇਂ ਉਹ ਕਹਿੰਦੇ ਭੋਜਨ ਭਜਨ ਖਜ਼ਾਨਾ ਨਾਰੀ, ਇਹ ਪੜਦੇ ਕੇ ਅਧਿਕਾਰੀ। ਜਿਵੇਂ ਆਪਾਂ ਧਨ ਨੂੰ ਛੁਪਾ ਕੇ ਰੱਖਦੇ ਹਾਂ, ਆਪਾਂ ਮਾਇਆ ਦੀ ਗੱਲ ਤਾਂ ਨਹੀਂ ਨਾ ਲੋਕਾਂ ਕੋਲੇ ਕਰਦੇ, ਉਹਨਾਂ ਨੂੰ ਦਿਖਾਉਂਦੇ ਵੀ ਸਾਡੇ ਕੋਲ ਇੰਨੇ ਪੈਸੇ ਆ ਜਾਂ ਸਾਡਾ ਆਹ ਕਾਰੋਬਾਰ ਹੈ, ਆਪਾਂ ਉਹ ਛੁਪਾ ਕੇ ਕਰਦੇ ਹਾਂ, ਰੁਪਈਆਂ ਪੈਸਿਆਂ ਦੀ ਗੱਲ ਲੁਕਾ ਛੁਪਾ ਕੇ ਕਰਦੇ। ਇਸੇ ਤਰ੍ਹਾਂ ਜਿਹੜਾ ਵਾਹਿਗੁਰੂ ਦੇ ਨਾਮ ਦਾ ਧਨ ਇਕੱਤਰ ਕਰਨਾ ਨਾ, ਇਹਨੂੰ ਵੀ ਕਹਿੰਦੇ ਲੁਕਾ ਕੇ ਰੱਖੋ। ਮਨ ਤੇ ਕਰੈ, ਮਨ ਦੇ ਨਾਲ ਕਰੇ, ਨਾ ਦੰਭ ਕਮਾਵੈ, ਕਿਸੇ ਪ੍ਰਕਾਰ ਦਾ ਦੰਭ ਪਖੰਡ ਦਿਖਾਵਾ ਨਾ ਕਰੇ। ਇੱਕ ਲਾਲਸਾ ਹੋਵੇ ਮਨ ਦੇ ਵਿੱਚ ਵੀ ਮੈਂ ਮੁਕਤ ਹੋਣਾ ਹੈ, ਮੁਕਤੀ ਦੀ ਹੀ ਲਾਲਸਾ ਹੋਵੇ। ਹਾਂ, ਪ੍ਰਾਲਬਧ ਕਰਕੇ ਜੋ ਪ੍ਰਾਪਤ ਹੋ ਜਾਵੇ ਤਿਸ ਕੋ ਵਰਤੈ ਆਨੰਦ ਮਾਨ। ਜੋ ਕਿਸਮਤ ਦੇ ਵਿੱਚ ਲਿਖਿਆ ਹੈ ਉਹਨੂੰ ਆਨੰਦ ਕਰਕੇ, ਖੁਸ਼ੀ ਕਰਕੇ ਮੰਨ ਲੈਣਾ ਵੀ ਇਹ ਵਾਹਿਗੁਰੂ ਨੇ ਖੁਸ਼ ਹੋ ਕੇ ਮੈਨੂੰ ਦਿੱਤਾ, ਜੋ ਦਿੱਤਾ ਉਹਦੇ ਵਿੱਚ ਹੀ ਸੰਤੁਸ਼ਟ ਰਹਿਣਾ, ਉਹਨੂੰ ਖੁਸ਼ੀ ਦੇ ਸਹਿਤ ਮੰਨ ਲੈਣਾ। ਹੇਰ ਪਦਾਰਥ ਆਪਰਨ ਕੇ ਢਿਗ, ਹੋਰਾਂ ਦੇ ਕੋਲੇ ਜਿਹੜੇ ਪਦਾਰਥ ਹੈ ਉਹਨਾਂ ਨੂੰ ਦੇਖ ਕੇ ਹੇਰ ਕੇ, ਹੇਰ ਨਾਮ ਹੈ ਦੇਖਣ ਦਾ, ਢਿਗ ਨਾਮ ਹੈ ਕੋਲ ਦਾ। ਦੂਜਿਆਂ ਦੇ ਕੋਲ ਜਿਹੜੇ ਪਦਾਰਥ ਹੈ ਉਹਨਾਂ ਨੂੰ ਦੇਖ ਕੇ ਨਹਿ ਮਤਸਰ ਕੋ ਧਰੋ ਸੁਜਾਨ, ਹੇ ਸੁਜਾਨ ਸਿਆਣੇ ਸਿੰਘੋ, ਹੇ ਸਿਆਣੇ ਗੁਰੂ ਕੇ ਸਿੱਖੋ। ਕਹਿੰਦੇ ਜਿਹੜਾ ਯੋਗ ਕਮਾਉਣਾ ਚਾਹੁੰਦਾ, ਵਾਹਿਗੁਰੂ ਦੇ ਨਾਲ ਜੁੜਨਾ ਚਾਹੁੰਦਾ ਨਾ, ਉਹ ਵਿਅਕਤੀ ਦੂਜਿਆਂ ਦੇ ਕੋਲ ਪਦਾਰਥਾਂ ਨੂੰ ਦੇਖ ਕੇ ਮਤਸਰ ਨਾ ਕਰੇ, ਈਰਖਾ ਨਾ ਕਰੇ, ਮਨ ਦੇ ਵਿੱਚ ਈਰਖਾਲੂ ਨਾ ਬਣੇ। ਫਿਰ ਕਹਿੰਦੇ ਅਗਲਾ ਯਮ ਹੈ, ਉਹਦਾ ਨਾਮ ਹੈ ਆਸਤਕਿਆ। ਆਸਤਕਿਆ ਕੀ ਹੈ? ਆਸਤਕਤਾ ਹੋ ਜਾਣੀ ਪੂਰਨ ਤੌਰ ਦੇ ਉੱਤੇ। ਜੋ ਗ੍ਰੰਥ ਮੁਕਤ ਦੇ ਤਿੰਨ ਮੈਂ ਵਿਸ਼ਵਾਸੀ ਮਨ ਜਾਣ, ਕਿ ਜਿਹੜੇ ਮੈਂ ਧਰਮ ਗ੍ਰੰਥ ਪੜ੍ਹ ਰਿਹਾ ਹਾਂ ਉਹਨਾਂ ਦੇ ਉੱਤੇ ਇੰਨਾ ਵਿਸ਼ਵਾਸ ਹੋਵੇ ਵੀ ਇਹ ਮੈਨੂੰ ਮੁਕਤੀ ਦੇਣਗੇ, ਮੈਨੂੰ ਮੇਰੀ ਕਲਿਆਣ ਕਰਨਗੇ। ਜਿਵੇਂ ਗੁਰੂ ਕਾ ਸਿੱਖ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਪੜ੍ਹੇ ਅਤੇ ਉਸ ਵੇਲੇ ਮਨ ਵਿੱਚ ਇੰਨੀ ਆਸਤਿਕਤਾ, ਇੰਨੀ ਸ਼ਰਧਾ, ਇੰਨੀ ਭਾਵਨਾ ਰੱਖਣੀ ਚਾਹੀਦੀ ਹੈ ਕਿ ਜੋ ਗੁਰਬਾਣੀ ਦਾ ਮੈਂ ਅੱਖਰ ਅੱਖਰ ਪੜ੍ਹ ਰਿਹਾ ਨਾ, ਇਹ ਸਤਿਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਮੇਰੇ ਵਾਸਤੇ ਮੁਕਤੀਦਾਇਕ ਬਣਾਇਆ। ਇਹ ਮੁਕਤੀ ਕਰੇਗਾ, ਮੈਨੂੰ ਮੁਕਤ ਕਰ ਦੇਵੇਗਾ।
ਇਸੇ ਤਰ੍ਹਾਂ ਦਸਮ ਗ੍ਰੰਥ ਸਾਹਿਬ ਦੇ ਅੱਖਰ ਅੱਖਰ ਦੇ ਉੱਤੇ ਭਾਵਨਾ ਕਰਕੇ ਕਿ ਗੁਰੂ ਕੀ ਬਾਣੀ ਹੈ, ਮੈਂ ਇਹਨੂੰ ਪੜ੍ਹਾਂਗਾ, ਇਹ ਸਤਿਗੁਰਾਂ ਨੇ ਮੇਰੀ ਕਲਿਆਣ ਵਾਸਤੇ ਲਿਖੀ ਹੈ, ਉਹਦੇ ਉੱਤੇ ਤਰਕਾਂ ਕੁਤਰਕਾਂ ਨਾ ਕਰੇ। ਇਸੇ ਤਰ੍ਹਾਂ ਭਾਈ ਨੰਦ ਲਾਲ ਸਾਹਿਬ ਜੀ ਦੀ ਬਾਣੀ, ਗਜ਼ਲਾਂ, ਜ਼ਿੰਦਗੀ ਨਾਮਾ, ਬੰਦਗੀ ਨਾਮਾ, ਉਹਦੇ ਉੱਤੇ ਵੀ ਭਾਵਨਾ ਕਰਨੀ ਕਿ ਇਹਨਾਂ ਗ੍ਰੰਥਾਂ ਨੂੰ ਪੜ੍ਹਨ ਕਰਕੇ, ਇਹਨਾਂ ਧਰਮ ਪੁਸਤਕਾਂ ਨੂੰ ਜਾਂ ਰਹਿਤਨਾਮੇ ਗੁਰੂ ਕਾ ਸਿੱਖ ਪੜ੍ਹੇ, ਭਾਈ ਗੁਰਦਾਸ ਜੀ ਦੀ ਬਾਣੀ ਵਾਰਾਂ ਪੜ੍ਹੇ, ਕਵਿਤ ਸਵਈਏ ਪੜ੍ਹੇ, ਉਸ ਵੇਲੇ ਮਨ ਦੇ ਵਿੱਚ ਇਹ ਆਸਤਕਤਾ ਆਵੇ, ਇਹ ਭਾਵਨਾ ਆਵੇ ਕਿ ਜਿਹੜੇ ਗ੍ਰੰਥ ਮੈਂ ਪੜ੍ਹ ਰਿਹਾ ਹਾਂ, ਜਿਹੜੀ ਬਾਣੀ ਮੈਂ ਪੜ੍ਹ ਰਿਹਾ ਹਾਂ, ਇਹ ਗ੍ਰੰਥਾਂ ਦੇ ਉੱਤੇ ਇੰਨਾ ਵਿਸ਼ਵਾਸ ਹੋਵੇ ਕਿ ਇਹ ਮੈਨੂੰ ਮੁਕਤੀ ਦੇਣਗੇ। ਫਿਰ ਕਹਿੰਦੇ ਕੋਮਲਤਾ ਹਿਰਦੇ ਦੇ ਵਿੱਚ ਹੋਣੀ, ਹਿਰਦਾ ਬੜਾ ਨਰਮ ਹੋਣਾ, ਇਹਨੂੰ ਮਾਰਦਵ ਯਮ ਕਹਿੰਦੇ ਹੈ। ਔਰ ਨਿਸ਼ਕ੍ਰੋਧ ਛਿਮਾ ਇਸ ਨਾਮ, ਅਗਲਾ ਯਮ ਹੈ ਛਿਮਾ। ਕਹਿੰਦੇ ਔਰ ਜਿਹੜਾ ਹਿਰਦਾ ਇਹ ਨਿਸ਼ਕ੍ਰੋਧ ਹੋਣਾ, ਕ੍ਰੋਧ ਤੋਂ ਰਹਿਤ ਹੋਣਾ, ਇਹਨੂੰ ਛਿਮਾ ਖਿਮਾ ਕਹਿੰਦੇ ਹਨ। ਰਜੋ ਗੁਣ, ਤਮੋ ਗੁਣ ਅਤੇ ਸਤੋ ਗੁਣ ਤੋਂ ਰਹਿਤ ਹੋਵੇ ਜਿਸ ਵੇਲੇ ਸਾਡਾ ਅੰਤਸ਼ਕਰਨ, ਕਿਉਂਕਿ ਆਪਾਂ ਪਿਛਲੇ ਅਧਿਆਇਆਂ ਵਿੱਚ ਵਿਚਾਰਿਆ ਅੰਤਸ਼ਕਰਨ ਚਾਰ ਚੀਜ਼ਾਂ ਦਾ ਸਮੁਦਾਇ ਹੈ ਨਾ, ਮਨ, ਬੁੱਧ, ਚਿੱਤ ਤੇ ਹੰਕਾਰ। ਇਹਨਾਂ ਚਾਰਾਂ ਦਾ ਜਿਹੜਾ ਸਮੁਦਾਇ ਹੈ ਉਹਨੂੰ ਅੰਤਸ਼ਕਰਨ ਕਹਿੰਦੇ ਆ, ਸਾਡਾ ਅੰਦਰਲਾ ਆਪਾ। ਜਿਹੜਾ ਸਾਡਾ ਅੰਦਰਲਾ ਹੈ, ਜਿਵੇਂ ਕਹਿੰਦੇ ਤਨ ਦੀ ਸ਼ੁੱਧੀ ਜ਼ਰੂਰੀ ਹੈ, ਇਸੇ ਪ੍ਰਕਾਰ ਕਹਿੰਦੇ ਮਨ ਵੀ ਸਾਡਾ ਜਿਹੜਾ ਅੰਤਸ਼ਕਰਨ ਹੈ ਇਹ ਵੀ ਰਜੋ ਤਮੋ ਤੇ ਸਤੋ ਗੁਣ ਤੋਂ ਰਹਿਤ ਹੋਵੇ। ਸੋ ਇਸ ਨੂੰ ਕਹਿੰਦੇ ਸ਼ੁੱਧੀ ਭਾਵ ਜਮ ਕਿਹਾ ਜਾਂਦਾ ਹੈ। ਹਾਂ, ਕਹਿੰਦੇ ਕਿਸੇ ਦੂਜੇ ਨੂੰ, ਕਿਸੇ ਪਰਾਏ ਨੂੰ ਆਪਣੇ ਬਚਨਾ ਕਰਕੇ ਤੇ ਇਸੇ ਪ੍ਰਕਾਰ ਆਪਣੇ ਕਰਮਾਂ ਕਰਕੇ ਕੋਈ ਦੁੱਖ ਨਾ ਪਹੁੰਚੇ। ਇਹ ਹਮੇਸ਼ਾ ਖਿਆਲ ਰੱਖੇ ਵੀ ਮੇਰੇ ਕੋਈ ਇਹੋ ਜਿਹਾ ਬੋਲ ਨਾ ਮੂੰਹ ਦੇ ਵਿੱਚੋਂ ਨਿਕਲੇ ਜਿਹਦੇ ਨਾਲ ਦੂਜੇ ਦਾ ਹਿਰਦਾ ਦੁਖੀ ਹੋਵੇ, ਤੇ ਮੇਰੇ ਹੱਥਾਂ ਤੋਂ ਕੋਈ ਐਸਾ ਕਰਮ ਨਾ ਹੋਵੇ ਮਾੜਾ ਜਿਹਦੇ ਨਾਲ ਦੂਜੇ ਲੋਕ ਦੁਖੀ ਹੋਣ। ਇਸ ਪ੍ਰਕਾਰ ਕਹਿੰਦੇ ਜਦੋਂ ਦੂਜਿਆਂ ਨੂੰ ਬਚਨਾ ਕਰਕੇ ਤੇ ਕਰਮਾਂ ਕਰਕੇ ਕੋਈ ਪੀੜਾ ਨਾ ਦੇਵੇ, ਉਹਨਾਂ ਨੂੰ ਕੋਈ ਦੁੱਖ ਨਾ ਪਹੁੰਚਾਵੇ, ਇਹਨੂੰ ਕਹਿੰਦੇ ਅਹਿੰਸਾ ਕਿਹਾ ਜਾਂਦਾ। ਤੇ ਇਹ ਸੁੱਖਾਂ ਦਾ ਧਾਮ, ਸੁੱਖਾਂ ਦਾ ਘਰ ਹੈ। ਅਗਲਾ ਯਮ ਹੈ ਬ੍ਰਹਮਚਰਜ ਧਾਰਨ ਕਰਕੇ ਰੱਖਣਾ, ਸੰਜਮ ਦੇ ਵਿੱਚ ਰਹਿਣਾ, ਜਤੀ ਸਤੀ ਰਹਿਣਾ। ਇਹ ਕਹਿੰਦੇ 8 ਪ੍ਰਕਾਰ ਦਾ ਹੈ। 8 ਪ੍ਰਕਾਰ ਦਾ ਜਿਹੜਾ ਮੈਥੁਨ ਹੈ ਉਹਦਾ ਤਿਆਗ ਕਰ ਦੇਵੇ ਔਰ ਨਿਸ਼ਕਾਮ ਹੋ ਕੇ ਰਹੇ, ਕਾਮਨਾ ਤੋਂ ਰਹਿਤ ਹੋ ਕੇ ਰਹੇ। ਸੋ ਇਕੱਲੇ ਬੈਠਿਆਂ ਮਨ ਦੇ ਵਿੱਚ ਵਿਸ਼ੇ ਵਿਕਾਰਾਂ ਦੀ ਬਿਰਤੀ ਲਿਆ ਕੇ ਇਸਤਰੀ ਨੂੰ ਚਿਤਵਣਾ ਜਾਂ ਇਸਤਰੀ ਨੇ ਪਰ ਮਰਦ ਨੂੰ ਚਿਤਵਣਾ। ਔਰ ਇਸੇ ਪ੍ਰਕਾਰ ਇਹ 8 ਪ੍ਰਕਾਰ ਦਾ ਬ੍ਰਹਮਚਰਜ ਦੱਸਦੇ ਹੈ। ਅਗਲਾ ਹੈ ਸ਼ਰਾਵਣ, ਗੱਲਾਂ ਸੁਣਨੀਆਂ, ਬੈਠ ਕੇ ਗੱਲਾਂ ਦੇ ਵਿੱਚ ਧਿਆਨ ਰੱਖਣਾ। ਔਰ ਇਸੇ ਪ੍ਰਕਾਰ ਕੇਲ ਕ੍ਰੀੜਾ ਕਰਨੀ, ਇਸ਼ਾਰੇ ਕਰਨੇ, ਕਾਮੁਕ ਇਸ਼ਾਰੇ, ਅਰ ਦੇਖਣ ਔਰ ਧਿਆਨਪੂਰਵਕ ਦੇਖੀ ਜਾਣਾ। ਗੋਹਜ ਭਾਖਣ, ਲੁਕ ਛੁਪ ਕੇ ਗੱਲਾਂ ਕਰਨੀਆਂ। ਔਰ ਸੰਕਲਪ ਸ਼ੌਕੀਨ, ਫਿਰ ਵਿਸ਼ੇ ਰਸ ਨੂੰ ਭੋਗਣ ਦਾ ਮਨ ਵਿੱਚ ਸੰਕਲਪ ਕਰ ਲੈਣਾ। ਫਿਰ ਅਧ ਵਿਸਾਇੰ, ਉਹ ਵਿਸ਼ੇ ਨੂੰ ਭੋਗਣਾ, ਕਿਰਿਆ ਨਿਵਰਤੈ। ਸੋ ਉਹ ਮੈਥੁਨ ਦੀ ਕਿਰਿਆ, ਪਸ਼ੂ ਕਿਰਿਆ ਦੇ ਵਿੱਚ ਜਿਹੜੀ ਉਹ ਬਿਰਤੀ ਨੂੰ ਲਾ ਲੈਣਾ। ਇਹ ਮੈਥੁਨ ਅਸ਼ਟਾਂਗ ਵਿਹੀਨ। ਸੋ ਜਿਹੜੇ ਇਹ ਮੈਥੁਨ ਦੇ 8 ਅੰਗ ਹਨ, ਇਹਨਾਂ ਤੋਂ ਵਿਹੀਨ ਰਹਿਤ ਹੋ ਕੇ ਬ੍ਰਹਮਚਰਜ ਧਾਰਨ ਕਰਨਾ, ਇਹ ਵੀ ਜਮ ਹੈ। ਫਿਰ ਕਹਿੰਦੇ ਜਨਮ ਦੇ
ਜਨਮ ਵੇਲੇ ਦੀਆਂ ਗੱਲਾਂ ਨੂੰ ਕੋਈ ਮਾਤਾ ਪਿਤਾ ਤੋਂ ਸੁਣੀਆਂ ਹੋਣ ਵੀ ਤੂੰ ਇੰਨਾ ਦੁਖੀ ਸੀ, ਤੂੰ ਇਸ ਤਰ੍ਹਾਂ ਬਿਮਾਰ ਹੋ ਗਿਆ ਸੀ, ਉਹਨਾਂ ਗੱਲਾਂ ਨੂੰ ਯਾਦ ਕਰ ਕਰਕੇ ਦੁਖੀ ਹੋਈ ਜਾਣਾ, ਜਾਂ ਜਨਮ ਮਰਨ ਬਾਰੇ ਸੋਚ ਕੇ ਵੀ ਮੇਰਾ ਪਤਾ ਨਹੀਂ ਗਾਂਹ ਜਨਮ ਕਿਵੇਂ ਹੋਊਗਾ, ਸੋ ਇਸ ਤਰ੍ਹਾਂ ਸੋਚ ਕੇ ਦੁਖੀ ਹੋਣਾ। ਸੋ ਜਨਮ ਰੋਗ ਦੁੱਖ ਤਥਾ ਜਰਾ ਦੁੱਖ, ਸੋ ਇਸ ਪ੍ਰਕਾਰ ਰੋਗ ਦੀ ਚਿੰਤਾ ਕਰੀ ਜਾਣੀ, ਰੋਗ ਤੋਂ ਦੁਖੀ ਹੋਇਆ ਰਹਿਣਾ। ਔਰ ਜਰਾ ਦੁੱਖ ਜੋ ਬੁਢਾਪੇ ਦਾ ਦੁੱਖ ਹੈ ਵੀ ਮੇਰਾ ਬੁਢਾਪਾ ਪਤਾ ਨਹੀਂ ਕਿਸ ਤਰ੍ਹਾਂ ਬੀਤੂਗਾ, ਕਿਸ ਤਰ੍ਹਾਂ ਦਾ ਮੇਰੇ 'ਤੇ ਸਮਾਂ ਆਊਗਾ, ਮੈਨੂੰ ਕੋਈ ਸਾਂਭੂਗਾ ਜਾਂ ਨਹੀਂ ਸਾਂਭੂਗਾ। ਇਸ ਤਰ੍ਹਾਂ ਸੋਚ ਕੇ ਜਿਹੜਾ ਇਹ ਦੁਖੀ ਹੋਈ ਜਾਣਾ ਨਾ, ਉਹ ਤਿੰਨਾਂ ਦੀ ਜਿਹੜੀ ਚਿਤਵਨੀ ਹੈ ਇਹਦੇ ਬਾਰੇ ਸੋਚਦੇ ਰਹਿਣਾ ਹੈ। ਸੋ ਸਿਮਰਤ ਚੀਨ ਕਹਿੰਦੇ ਇਹਨੂੰ ਸਿਮਰਤੀ ਜਮ ਕਿਹਾ ਜਾਂਦਾ ਹੈ। ਮਨ ਤਨ ਪ੍ਰਾਣ ਜੀਵਨ ਦੁਖ ਤੇ ਨਿਸ਼ਚਲ ਰਹਾ ਸੋ ਤ੍ਰਿਤ ਪਰਮੀਨਾ। ਸੋ ਮਨ ਕਰਕੇ, ਤਨ ਕਰਕੇ, ਸਰੀਰ ਕਰਕੇ, ਪ੍ਰਾਣਾ ਕਰਕੇ ਔਰ ਰਿਖੀਕਿਨ ਜੋ ਸਾਡੇ ਇੰਦਰੇ ਹਨ, ਇਹਨਾਂ ਦੇ ਦੁੱਖ ਤੋਂ ਕਹਿੰਦੇ ਨਿਸ਼ਚਲ ਰਹਿ, ਐ ਨਿਸ਼ਚਲ ਹੋ ਕੇ ਅਟਲ ਰਹੋ ਕੇ ਇਹਨਾਂ ਦੇ ਦੁੱਖ ਤੋਂ ਪਾਸੇ ਹੋ ਕੇ ਰਹੇ। ਸੋ ਧ੍ਰਿਤ ਪ੍ਰਵੀਨ, ਹੇ ਪ੍ਰਵੀਨ ਸਿਆਣੇ ਬੁੱਧੀਵਾਨ ਸਿੰਘੋ, ਇਸ ਨੂੰ ਕਹਿੰਦੇ ਧ੍ਰਿਤ ਜਮ ਕਿਹਾ ਜਾਂਦਾ ਹੈ। ਜਮ ਦਸ ਪੰਚ ਕਹੇ ਇਕ ਕਹੇ ਦੂਸਰ ਅੰਗ ਨੇਮ 8 7। ਕਹਿੰਦੇ ਇੱਥੋਂ ਤੱਕ ਜਿਹੜੇ ਯਮ ਹੈ ਇਹ 10 ਪੰਚ, 10 ਅਤੇ 5 15 ਕਹਿ ਦਿੱਤੇ ਹੈ। ਇੱਕ ਅੰਗ ਹੈ, ਇਹ ਕਹਿੰਦੇ ਯੋਗ ਦਾ ਇੱਕ ਅੰਗ ਗਿਣ ਲਓ, ਇੱਕ ਯੋਗ ਦਾ ਇੱਕ ਅੰਗ ਹੈ, ਉਹਦੇ ਅੱਗੇ ਇਹ 15 ਹਿੱਸੇ ਦੱਸ ਦਿੱਤੇ ਹੈ। ਦੂਸਰਾ ਅੰਗ ਨੇਮ 8 7, ਫਿਰ ਕਹਿੰਦੇ ਦੂਸਰਾ ਅੰਗ ਹੈ ਜਿਹੜਾ ਯੋਗ ਦਾ, ਕਿਉਂਕਿ 3 ਅੰਗ ਦੱਸੇ ਆ ਨਾ, ਇੱਕ ਯਮ ਹੈ, ਇੱਕ ਨੇਮ ਹੈ, ਇੱਕ ਹੈ ਆਸਣ। ਸੋ ਇਹ ਤਿੰਨਾਂ ਦਾ ਅੱਗੇ ਇਕੱਲੇ ਇਕੱਲੇ ਦਾ ਵਿਸਥਾਰ ਕਰਕੇ ਹੁਣ ਦੂਜੇ ਦਾ ਕਰਨ ਲੱਗੇ ਨੇਮ ਦਾ। ਨੇਮ ਨਾਮ ਹੈ ਨਿਯਮ ਦਾ, ਕਿਹੜੇ ਨਿਯਮਾਂ ਦੇ ਵਿੱਚ ਕਿਹੜੇ ਰੂਲਸ ਨੂੰ ਫੋਲੋ ਕਰਕੇ ਆਪਾਂ ਰਹਿਣਾ ਜੇ ਯੋਗ ਕਮਾਉਣਾ, ਤਾਂ ਉਹ ਦੱਸਦੇ ਆ ਭਾਈ ਦਇਆ ਸਿੰਘ। ਕਹਿੰਦੇ ਦੂਸਰਾ ਅੰਗ ਨੇਮ 8 7, ਦੂਸਰਾ ਅੰਗ ਆ ਜਿਹੜਾ ਯੋਗ ਦਾ ਉਹਨੂੰ ਨੇਮ ਜਾਂ ਨਿਯਮ ਕਿਹਾ ਜਾਂਦਾ ਹੈ। ਅਤੇ ਜਿਹਦੇ ਅੱਗੇ ਕਹਿੰਦੇ 8 ਅਤੇ 7 ਭਾਵ 15 ਹਿੱਸੇ ਹਨ। ਸਮੈ ਉਚਿਤ ਇਸ਼ਨਾਨ ਕਰੈ ਜਲ ਯੋਗ ਸਾਧਿਆ ਏ ਸੋਚ ਸੋਗਾਤ। ਕਹਿੰਦੇ ਉਚਿਤ ਸਮੇਂ ਦੇ ਉੱਤੇ ਇਸ਼ਨਾਨ ਕਰਨਾ। ਜਦੋਂ ਇਸ਼ਨਾਨ ਦਾ ਸਮਾਂ, ਇਹ ਨਹੀਂ ਵੀ ਜਦੋਂ ਮਰਜ਼ੀ ਦਿਲ ਕੀਤਾ ਅਤੇ ਉੱਠ ਕੇ ਨਹਾਉਣ ਚੱਲ ਪਿਆ। ਕਈ ਵਾਰ 10 ਵਜੇ ਪਏ ਹੁੰਦੇ ਆ ਅਤੇ ਸਿੱਖ ਨੇ ਹੱਥ ਦੇ ਉੱਤੇ ਆਪਣੇ ਬਾਂਹ ਦੇ ਉੱਤੇ ਇੱਕ ਸ਼ਹਿਰਾ ਤੌਲੀਆ ਰੱਖਿਆ ਹੁੰਦਾ, ਪੁੱਛੋ ਕਿੱਧਰ ਚੱਲਿਆ, ਕਹਿੰਦਾ ਇਸ਼ਨਾਨ ਕਰਨ ਚੱਲਿਆ। ਵੀ ਇਸ ਵੇਲੇ ਤਾਂ ਹੁਣ ਨਹਾਉਣ ਦਾ ਟਾਈਮ ਹੀ ਹੈ, ਇਸ਼ਨਾਨ ਦਾ ਟਾਈਮ ਤਾਂ ਅੰਮ੍ਰਿਤ ਵੇਲੇ ਲੰਘ ਗਿਆ। ਸੋ ਉਚਿਤ ਸਮੇਂ, ਜੋ ਉਚਿਤ ਸਮਾਂ ਬਖਸ਼ਿਸ਼ ਕੀਤਾ ਸਤਿਗੁਰੂ ਨੇ, ਜਿਵੇਂ ਸਤਿਗੁਰੂ ਨੇ ਆਖਿਆ ਨਾ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ। ਔਰ ਇਸੇ ਤਰ੍ਹਾਂ ਚੌਥਾ ਪਹਿਰ ਸਬਾਹ ਕੈ ਸੁਰਤਿਆਂ ਉਪਜੈ ਚਾਓ, ਤਿੰਨਾ ਦਰਿਆਵਾ ਸਿਉ ਦੋਸਤੀ ਮਨ ਮੁਖ ਸੱਚਾ ਨਾਓ। ਅੰਮ੍ਰਿਤ ਵੇਲੇ ਉੱਠਣਾ, ਪਹਿਰ ਰਾਤ ਰਹਿੰਦੀ ਜਾਗਣਾ, ਇਸ਼ਨਾਨ ਕਰਨਾ। ਸੋ ਉਚਿਤ ਇਸ਼ਨਾਨ ਕਹਿੰਦੇ ਜੇ ਯੋਗ ਕਮਾਉਣਾ ਚਾਹੁੰਦੇ ਹੋ, ਯੋਗੀ ਬਣਨਾ ਚਾਹੁੰਦੇ ਹੋ ਨਾ, ਉਚਿਤ ਸਮੇਂ ਦੇ ਉੱਤੇ ਇਸ਼ਨਾਨ ਕਰੇ ਜਲ ਦੇ ਨਾਲ। ਔਰ ਯੋਗ ਸਾਧ ਇਹ ਸੌਚ ਸੋ ਗਾਤ, ਗਾਤ ਨਾਮ ਹੈ ਸਰੀਰ ਦਾ। ਯੋਗ ਸਾਧਨ ਦੇ ਵਾਸਤੇ ਕਹਿੰਦੇ ਇਹ ਸੁਚਮ ਦੀ ਜਿਹੜੀ ਕਿਰਿਆ ਇਹ ਕਰਨੀ ਬਹੁਤ ਜ਼ਰੂਰੀ ਹੈ। ਸਰੀਰ ਨੂੰ ਪਵਿੱਤਰ ਰੱਖਣਾ, ਇਸ਼ਨਾਨ ਕਰਨਾ ਬੜਾ ਜ਼ਰੂਰੀ ਹੈ। ਇੱਕ ਤਾਂ ਹੈ ਉਚਿਤ ਸਮੇਂ ਦੇ ਉੱਤੇ ਜੋ ਅੰਮ੍ਰਿਤ ਵੇਲੇ ਦਾ ਸਮਾਂ, ਉਸ ਵੇਲੇ ਇਸ਼ਨਾਨ ਕਰਨਾ। ਦਿਨ ਦੇ ਸਮੇਂ ਵਿੱਚ ਵੀ ਜੇ ਕੋਈ ਕਿਰਿਆ ਕਰਦਾ ਹੈ ਮਨੁੱਖ, ਉਸ ਤੋਂ ਬਾਅਦ ਇਹ ਇਸ ਤਰ੍ਹਾਂ ਘੇਸਲ ਨਹੀਂ ਮਾਰਨੀ ਵੀ ਚੱਲ ਹੁਣ ਕੀ ਹੈ, ਹੁਣ ਕਿਹੜਾ ਆਪਾਂ ਦਰਬਾਰ ਸਾਹਿਬ ਵਿੱਚ ਜਾਣਾ ਹੈ। ਉਸ ਵੇਲੇ ਵੀ ਕਹਿੰਦੇ ਇਸ਼ਨਾਨ ਕਰੇ ਫਿਰ। ਔਰ ਉਚਿਤ ਸਮੇਂ ਦੇ ਉੱਤੇ ਇਸ਼ਨਾਨ ਕਰਨਾ, ਇਹ ਨਹੀਂ ਵੀ 5 ਇਸ਼ਨਾਨੇ ਨਾਲ ਹੀ ਸਾਰੇ, ਅਤੇ ਆਪਣੇ ਕੋਲ ਹੀ ਪੰਗਤੀਆਂ ਬਣਾ ਕੇ ਕਹੀ ਜਾਵੇ ਵੀ 5 ਇਸ਼ਨਾਨਾ ਮਹਾਂ ਗਿਆਨਾ, ਨਿੱਤ ਨਹਾਉਣ ਦਲਿੱਦਰੀ। ਅਤੇ ਜਿਵੇਂ ਉਹ ਕਹਿੰਦੇ ਹੁੰਦੇ ਆ ਵੀ 6ਵੇਂ ਮਹੀਨੇ ਗੁਰਮੁਖ ਨਹਾਵੇ ਸਾਲ ਪਿੱਛੋਂ ਕੋਈ ਉਦਮੀ, ਆਪਣੇ ਕੋਲੋਂ ਬਣਾ ਕੇ ਨਹੀਂ। ਉਚਿਤ ਸਮਾਂ ਜਿਹੜਾ ਸਤਿਗੁਰ ਸੱਚੇ ਪਾਤਸ਼ਾਹ ਨੇ ਮਰਿਆਦਾ ਬਖਸ਼ੀ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਧਿਆਵੈ। ਸੋ ਉਹ ਸਾਰੀ ਮਰਿਆਦਾ ਨੂੰ ਫਾਲੋ ਕਰਨਾ, ਉਹ ਸਾਰੀ ਮਰਿਆਦਾ ਨੂੰ ਮੰਨਣਾ, ਨਿਯਮਾਂ ਨੂੰ ਮੰਨਣਾ, ਇਹਨੂੰ ਨੇਮ ਕਿਹਾ ਜਾਂਦਾ। ਅਤੇ ਪਹਿਲਾ ਨੇਮ ਰੱਬ ਦੇ ਨਾਲ ਜੁੜਨ ਦਾ ਜਾਂ ਯੋਗ ਸਾਧਨ ਦਾ ਇਹ ਹੈ ਕਿ ਉਚਿਤ ਸਮੇਂ ਦੇ ਉੱਤੇ ਇਸ਼ਨਾਨ ਕਰੇ। ਔਰ ਯੋਗ ਸਾਧਨਾ ਦੇ ਵਾਸਤੇ ਕਹਿੰਦੇ
ਸਰੀਰ ਦੀ ਪਵਿੱਤਰਤਾ ਰੱਖਣੀ ਇਹ ਬਹੁਤ ਵੱਡਾ ਪਹਿਲਾ ਨਿਯਮ ਹੈ। ਅੰਤఃਕਰਣ ਸੋਚ ਇਮ ਜਾਨੋ ਭਾਵ ਸ਼ੁੱਧ ਜਮ ਤੇ ਹੋਏ ਜਾਤ। ਜਿਵੇਂ ਕਹਿੰਦੇ ਤਨ ਦੀ ਪਵਿੱਤਰਤਾ ਰੱਖਣੀ ਜ਼ਰੂਰੀ ਹੈ, ਸਿਰਫ ਤਨ ਹੀ ਨਾ ਧੋਂਦਾ ਫਿਰੇ, ਮਨ ਵੀ ਸੁੱਚਾ ਰੱਖੇ, ਕਿਉਂਕਿ ਇਕੱਲਾ ਤਨ ਧੋਣ ਦਾ ਖੰਡਨ ਵੀ ਸਤਿਗੁਰਾਂ ਨੇ ਬਾਣੀ ਵਿੱਚ ਕੀਤਾ ਹੈ। ਫਿਰ ਤਾਂ ਸਤਿਗੁਰ ਨੇ ਇਹ ਵੀ ਕਹਿ ਦਿੱਤਾ ਨਾ ਵੀ ਇੱਕ ਭਉ ਲੱਥੀ ਨਹਾਤਿਆਂ ਦੋਏ ਭਾ ਚੜ੍ਹੀ ਅਸ ਹੋਰ, ਵੀ ਇੱਕ ਮੈਲ ਲਹਿ ਗਈ ਦੋ ਹੋਰ ਚੜ੍ਹ ਕੇ, ਜਾਂ ਹੋਮੇ ਹੰਕਾਰ ਹੋਰ ਆ ਗਿਆ ਬੁੱਧੀ ਦੇ ਵਿੱਚ ਵੀ ਮੈਂ ਤਾਂ ਜੀ ਬੜਾ ਸਵੇਰੇ ਅੰਮ੍ਰਿਤ ਵੇਲੇ ਉੱਠਦਾ, ਇਸ਼ਨਾਨ ਕਰਦਾ। ਕਹਿੰਦੇ ਮਨ ਦੀ ਵੀ ਪਵਿੱਤਰਤਾ ਹੋਵੇ, ਨਾਲ ਨਾਲ ਤਨ ਦੀ ਪਵਿੱਤਰਤਾ ਵੀ ਲਾਜ਼ਮੀ ਹੈ ਅਤੇ ਮਨ ਦੀ ਪਵਿੱਤਰਤਾ ਵੀ। ਅੰਤਸ਼ਕਰਨ ਨੂੰ ਵੀ ਕਹਿੰਦੇ ਸੁੱਚਾ ਰੱਖੇ, ਅੰਤਸ਼ਕਰਨ ਨੂੰ ਸ਼ੁੱਧ ਰੱਖੇ, ਸੁੱਚਾ ਰੱਖੇ। ਸੋ ਇਸ ਪ੍ਰਕਾਰ ਕਹਿੰਦੇ ਭਾਵ ਸ਼ੁੱਧ ਜੰਮਤੇ ਹੋਏ ਜਾਤ। ਕਹਿੰਦੇ ਜਿਹੜੀ ਅੰਤਸ਼ਕਰਨ ਦੀ ਸ਼ੁੱਧੀ ਹੈ, ਜੋ ਪਿੱਛੇ 10 ਪ੍ਰਕਾਰ ਦੇ ਯਮ ਹਨ ਉਹਦੇ 'ਚ ਭਾਵ ਸ਼ੁੱਧੀ ਯਮ ਦਾ ਆਪਾਂ ਵਰਣਨ ਕੀਤਾ ਸੀ, ਪੜ੍ਹਿਆ ਹੁਣੇ। ਅਤੇ ਕਹਿੰਦੇ ਭਾਵ ਸ਼ੁੱਧੀ ਵਾਲਾ ਜਿਹੜਾ ਯਮ ਹੈ ਉਹਦੇ ਨਾਲ ਇਹ ਅੰਤਸ਼ਕਰਨ ਨਿਰਮਲ ਹੋ ਜਾਂਦਾ ਹੈ। ਸੋ ਕਹਿੰਦੇ ਯੋਗ ਸਾਧਨਾ ਦੇ ਵੇਲੇ ਕਹਿੰਦੇ ਪ੍ਰਭੂ ਪੂਜਨ ਕਰਦਾ ਰਹੇ, ਕਿਉਂਕਿ ਯੋਗ ਸਾਧਨਾ ਅਸਲ ਦੇ ਵਿੱਚ ਕੀ ਹੈ ਨਾ ਗੁਰਮੁਖੋ, ਯੋਗ ਸਾਧਨਾ ਕੋਈ ਰੱਬ ਨੂੰ ਮਿਲਣ ਦੀ ਗੱਲ ਨਹੀਂ ਹੈ। ਯੋਗ ਸਾਧਨਾਵਾਂ ਹਨ ਜਾਂ ਯੋਗ ਦੇ ਜਿਹੜੇ ਆਸਣ ਕਰਨੇ ਹੈ, ਇਹ ਸਰੀਰਕ ਤੰਦਰੁਸਤੀ ਵਾਸਤੇ ਹੈ, ਅਤੇ ਸਰੀਰ ਨੂੰ ਚੰਗੀ ਤਰ੍ਹਾਂ ਤੰਦਰੁਸਤ ਕਰਕੇ, ਮਨ ਨੂੰ ਇਕਾਗਰ ਕਰਕੇ ਫਿਰ ਰੱਬ ਦੇ ਵਿੱਚ ਜੁੜ ਜਾਣਾ, ਇਹ ਇੱਕ ਪ੍ਰਕਾਰ ਦਾ ਵਿਚਕਾਰਲਾ ਸਾਧਨ ਹੈ। ਵੀ ਇਹ ਤਿਆਰੀ ਹੈ ਇੱਕ ਯੋਗ ਆਸਣ ਕਰਨੇ ਆ ਜਿਹੜੇ, ਇਹ ਸਿੱਧਾ ਇਹ ਨਹੀਂ ਵੀ ਯੋਗ ਆਸਣ ਕਰਨ ਦੇ ਨਾਲ ਹੀ ਸਿੱਧਾ ਰੱਬ ਮਿਲ ਜਾਂਦਾ। ਇੱਥੇ ਭਾਈ ਦਇਆ ਸਿੰਘ ਜੀ ਦੱਸ ਰਹੇ ਆ ਕਿ ਯੋਗ ਸਾਧਮੇ ਮੈਂ ਪ੍ਰਭ ਪੂਜਨ, ਕਹਿੰਦੇ ਯੋਗ ਸਾਧਨਾ ਵੀ ਕਰ ਅਤੇ ਪ੍ਰਭੂ ਦਾ ਪੂਜਨ ਵੀ ਕਰ, ਰੱਬ ਦੀ ਭਗਤੀ ਵੀ ਕਰ। ਕ੍ਰਿਤੂ ਨਾਮ ਨੇਮ ਸੋ ਬਖਿਆਤ, ਇਹਨੂੰ ਕਹਿੰਦੇ ਕ੍ਰਿਤੂ ਨੇਮ ਕਹਿੰਦੇ ਆ। ਕਹਿੰਦੇ ਮੈਂ ਬਖਿਆਨ ਕਰਕੇ ਕਹਿ ਕੇ ਪ੍ਰਗਟ ਕਰਕੇ ਤੁਹਾਨੂੰ ਦੱਸ ਦਿੱਤਾ ਹੈ। ਕ੍ਰਿਤੂ ਤਾਂ ਕਹਿੰਦੇ ਵੀ ਕਿਰਤ ਕਰਨੀ, ਰੱਬ ਦੇ ਨਾਮ ਜਪਣ ਦੀ ਕਿਰਤ ਕਰਨੀ, ਸੋ ਇਹਨੂੰ ਕ੍ਰਿਤੂ ਨੇਮ ਕਿਹਾ ਜਾਂਦਾ ਹੈ। ਫਿਰ ਕਹਿੰਦੇ ਸੱਤ ਨੇਮ ਹੈ ਜਿਹੜਾ, ਉਹਦਾ ਅਰਥ ਕੀ ਹੈ? ਕਹਿੰਦੇ ਸੱਤ ਅਰਥ ਲੈ ਕਹਿ ਸੱਤ ਸੋ ਪ੍ਰਣਵ ਜਾਪ ਕੋ ਜਾਪ ਕਹੀ ਅੰਤ। ਕਹਿੰਦੇ ਸੱਤ ਸਰੂਪ ਨੂੰ ਧਾਰਨ ਕਰਨਾ ਹੈ, ਹਮੇਸ਼ਾ ਆਪ ਵੀ ਸੱਤਵਾਦੀ ਬਣਨਾ, ਉਹ ਜੋ ਬ੍ਰਹਮ ਸੱਤ ਹੈ ਉਹਦੇ ਵਿੱਚ ਧਿਆਨ ਨੂੰ ਟਿਕਾਉਣਾ, ਉਹਦੇ ਅਰਥ ਨੂੰ ਸਮਝਣਾ, ਇਹਨੂੰ ਕਹਿੰਦੇ ਸੱਤ ਨੇਮ ਕਿਹਾ ਜਾਂਦਾ। ਔਰ ਪ੍ਰਣਵ ਜਾਪ ਕੋ ਜਪ ਕਹੀ ਅੰਤ, ਨਾਮ ਦਾ ਜਪਣਾ, ਜਾਪ ਕਰਦੇ ਰਹਿਣਾ, ਇਸ ਨੂੰ ਪ੍ਰਣਵ ਨੇਮ ਕਿਹਾ ਜਾਂਦਾ ਹੈ, ਜਪ ਨੇਮ ਕਿਹਾ ਜਾਂਦਾ ਹੈ। ਫਿਰ ਕਹਿੰਦੇ ਜਠਰਾ ਅਗਨੀ ਦੇ ਵਿੱਚ ਜੁਗਤ ਦੇ ਨਾਲ ਆਹਾਰ ਕਰਨਾ, ਭੋਜਨ ਛਕਣਾ, ਵੀ ਜਦੋਂ ਪੇਟ ਸਰੀਰ ਭੋਜਨ ਮੰਗਦਾ ਹੋਵੇ ਉਦੋਂ ਹੀ, ਔਰ ਜੁਗਤੀ ਦੇ ਨਾਲ ਢੰਗ ਦੇ ਨਾਲ ਛਕਣਾ ਭੋਜਨ। ਇਹ ਨਹੀਂ ਵੀ ਪਸ਼ੂਆਂ ਵਾਂਗੂ ਜੋ ਆਇਆ ਵੀ ਖਾਈ ਜਾਵੇ, ਜੁਗਤੀ ਹੋਵੇ ਤਾਂ ਕੋਈ ਤਰੀਕਾ ਹੋਵੇ ਭੋਜਨ ਛਕਣ ਦਾ। ਜਿਵੇਂ ਸਤਿਗੁਰ ਸੱਚੇ ਪਾਤਸ਼ਾਹ ਦਸ਼ਮੇਸ਼ ਪਿਤਾ ਜੀ ਕਹਿੰਦੇ ਆ, ਅਲਪ ਆਹਾਰ ਸੁਲਪ ਸੀ ਨਿਦਰਾ, ਦਇਆ ਛਿਮਾ ਤਨ ਪ੍ਰੀਤ, ਥੋੜ੍ਹਾ ਸਵੈ ਔਰ ਥੋੜ੍ਹਾ ਖਾਵੈ। ਤਨ ਦੀ ਲੋੜ ਮੁਤਾਬਕ ਇਹ ਸਰੀਰ ਨੂੰ ਪਾਲਣ ਦੇ ਵਾਸਤੇ ਖਾਵੇ, ਕਿਉਂਕਿ ਅਸੀਂ ਵਿਦਵਾਨਾਂ ਦਾ ਇਹ ਕਥਨ ਹੈ ਨਾ ਵੀ ਅਸੀਂ ਜਿਉਣ ਵਾਸਤੇ ਖਾਂਦੇ ਹਾਂ, ਨਾ ਕਿ ਖਾਣ ਵਾਸਤੇ ਜਿਉਂਦੇ ਹਾਂ। ਜਿਉਣ ਵਾਸਤੇ ਖਾਣਾ, ਜੁਗਤੀ ਦੇ ਨਾਲ ਖਾਣਾ। ਕਹਿੰਦੇ ਜਠ ਰਾਗਨ ਮੈਂ ਜੁਗਤ ਆਹਾਰੰ ਹੋਮ ਹੈ ਭਲੇ ਹੋਮ ਲਖਿਅੰਤ। ਕਹਿੰਦੇ ਜਿਵੇਂ ਉਹ ਇਹਨੂੰ ਕਹਿੰਦੇ ਹੋਮ ਨੇਮ ਕਿਹਾ ਜਾਂਦਾ ਹੈ। ਜਿਵੇਂ ਅਗਨੀ ਦੇ ਵਿੱਚ ਉਹ ਪਾ ਕੇ ਜੱਗ ਹੋਮ ਨਹੀਂ ਕਰਦੇ, ਉਹ ਜਿਹੜੀਆਂ ਪਾਉਂਦੇ ਆ ਵਸਤੂਆਂ ਉਹਦੇ ਵਿੱਚ ਉਹ ਜਲਾਈ ਰੱਖਣ ਦੇ ਲਈ, ਚੰਡੇ ਨੂੰ ਪ੍ਰਚੰਡ ਕਰਨ ਦੇ ਲਈ। ਇਸੇ ਪ੍ਰਕਾਰ ਕਹਿੰਦੇ ਜਠਰਾ ਅਗਨੀ ਦਾ ਜਿਹੜਾ ਚੰਡਾ ਪ੍ਰਚੰਡ ਕਰਨ ਦੇ ਲਈ, ਸਰੀਰ ਨੂੰ ਚਲਾਉਣ ਦੇ ਲਈ ਜੁਗਤੀ ਦੇ ਸਹਿਤ, ਨਿਯਮ ਦੇ ਸਹਿਤ ਭੋਜਨ ਛਕੇ, ਸੋ ਇਹਨੂੰ ਕਹਿੰਦੇ ਹੋਮ ਨੇਮ ਕਿਹਾ ਜਾਂਦਾ ਹੈ। ਫਿਰ ਕਹਿੰਦੇ ਪਵਿੱਤਰ ਜਲ ਨੂੰ ਛਕਣਾ, ਪਵਿੱਤਰ ਜਲ ਛਕੇ। ਇਹ ਨਹੀਂ ਵੀ ਐਵੇਂ ਕਿਸੇ ਦਾ ਜੂਠਾ ਮਿੱਠਾ ਹੀ ਛਕੀ ਜਾਵੇ, ਐਵੇਂ ਗੰਧਲਾ ਪਾਣੀ ਛਕੀ ਜਾਵੇ, ਜਿਹਨੂੰ ਛਕ ਕੇ ਬਿਮਾਰ ਹੋ ਜਾਏ। ਜਿਹੜਾ ਬਿਮਾਰ ਹੋ ਗਿਆ ਫਿਰ ਉਹਨੇ ਕੀ ਧਿਆਨ ਲਾਉਣਾ, ਕੀ ਸਮਾਧੀ ਲਾਉਣੀ, ਕੀ ਯੋਗ ਸਾਧੂਗਾ। ਨਿਰਮਲ ਜਲ ਛਕੇ।
ਔਰ ਪੁਰਾਤਨ ਸਮਿਆਂ ਦੇ ਵਿੱਚ ਨਹਿਰਾਂ ਦਰਿਆਵਾਂ ਦੇ ਕੰਢਿਆਂ ਦੇ ਉੱਤੇ ਜਿਹੜੇ ਰਿਸ਼ੀ ਮੁਨੀ ਇਸੇ ਕਰਕੇ ਰਹਿੰਦੇ ਸਨ ਕਿ ਉਹ ਪਵਿੱਤਰ ਵਗਦਾ ਹੋਇਆ ਜਲ ਉਹਨਾਂ ਨੂੰ ਛਕਣ ਨੂੰ ਮਿਲਦਾ ਸੀ। ਸੋ ਪਵਿੱਤਰ ਜਲ ਛਕੇ, ਕਿਉਂਕਿ ਜਲ ਦਾ ਫਰਕ ਆ ਨਾ, ਮਾੜਾ ਪੀਵਾਂਗੇ ਤਾਂ ਮਾੜਾ ਅਸਰ ਪਾਵੇਗਾ ਤਨ 'ਤੇ ਵੀ ਮਨ 'ਤੇ ਵੀ, ਕਿਉਂਕਿ ਤਨ ਅਤੇ ਮਨ ਦੋਵਾਂ ਦੇ ਉੱਤੇ ਜਲ ਦਾ ਅਸਰ ਪੈਂਦਾ। ਜਿਹੜਾ ਪਵਿੱਤਰ ਜਲ ਹੈ ਉਹ ਸਾਡੇ ਤਨ ਨੂੰ ਵੀ ਪਵਿੱਤਰ ਕਰਦਾ ਅਤੇ ਮਨ ਨੂੰ ਵੀ ਪਵਿੱਤਰ ਕਰਦਾ ਹੈ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਜਲ ਤਾਂ ਸਾਡੇ ਘਰਾਂ ਵਿੱਚ ਵੀ ਪਾਣੀ ਤਾਂ ਹੈਗਾ, ਪਰ ਅੰਮ੍ਰਿਤ ਸਰੋਵਰ ਦਾ ਜਿਹੜਾ ਪਵਿੱਤਰ ਅੰਮ੍ਰਿਤ ਜਲ ਹੈ ਉਹਦਾ ਫਰਕ ਆ ਨਾ। ਜਦੋਂ ਜਾ ਕੇ ਇਸ਼ਨਾਨ ਕਰੋ ਸਾਰੀ ਥਕਾਵਟ ਲੈ ਜਾਂਦੀ ਹੈ, ਮਨ ਐਨ ਹਲਕਾ ਫੁਲਕਾ ਹੋ ਜਾਂਦਾ। ਜਦੋਂ ਹਰ ਕੀ ਪੌੜੀ ਦੇ ਉੱਤੇ ਚੂਲਾ ਲੈਂਦੇ ਆ ਅਤੇ ਐਂ ਮਨ ਵਿੱਚ ਭਾਵਨਾ ਬਣ ਜਾਂਦੀ ਹੈ ਕਿ ਸਤਿਗੁਰੂ ਜੀ ਦੀ ਮੈਨੂੰ ਬਖਸ਼ਿਸ਼ ਮਿਲ ਗਈ ਹੈ। ਸੋ ਇਹ ਘਰਾਂ ਵਾਲੇ ਪਾਣੀ ਦਾ ਅਤੇ ਉਹ ਅੰਮ੍ਰਿਤ ਜਲ ਦਾ ਫਰਕ ਹੈ। ਅਤੇ ਕਈ ਤਾਂ ਅੱਜ ਸਾਡੇ ਪ੍ਰਚਾਰਕ ਵੀ ਉਹ ਇਸ ਤਰ੍ਹਾਂ ਦੀਆਂ ਗੱਲਾਂ ਵੀ ਕਰਨ ਲੱਗ ਪਏ ਆ, ਜਿਹੜੇ ਬਹੁਤ ਹੀ ਆਪਣੇ ਆਪ ਨੂੰ ਪੜ੍ਹੇ ਲਿਖੇ ਕਹਾਉਣ ਲੱਗ ਪਏ ਆ, ਅਗਾਂਹ ਵਧੂ ਕਹਾਉਣ ਲੱਗ ਪਏ ਆ, ਅਪਗ੍ਰੇਡ ਕਹਾਉਣ ਲੱਗ ਪਏ ਆ। ਉਹ ਕਹਿੰਦੇ ਵੀ ਉਹ ਜਿਹੜਾ ਅੰਮ੍ਰਿਤ ਸਰੋਵਰ ਦਾ ਜਲ ਹੈ ਉਹ ਵੀ ਤਾਂ ਆਮ ਪਾਣੀ ਵਰਗਾ ਪਾਣੀ ਹੈ। ਇਸ ਤਰ੍ਹਾਂ ਦੀਆਂ ਗੱਲਾਂ ਵੀ ਪਿਛਲੇ ਕਈਆਂ ਸਾਲਾਂ ਤੋਂ ਇੱਦਾਂ ਦੇ ਵਾਦ ਵਿਵਾਦ ਹੁਣ ਚੱਲਦੇ ਆ, ਮੀਡੀਆ ਦੇ ਵਿੱਚ ਆਮ ਹੀ ਚਰਚਾ ਦਾ ਵਿਸ਼ਾ ਇਹ ਗੱਲਾਂ ਬਣਦੀਆਂ। ਪਰ ਗੁਰਮੁਖੋ ਜਿਹੜਾ ਪਵਿੱਤਰ ਜਲ ਹੈ ਉਹਦਾ ਆਪਣਾ ਮਹਾਤਮ ਹੈ, ਅੰਮ੍ਰਿਤ ਸਰੋਵਰ ਦੇ ਜਲ ਦਾ ਆਪਣਾ ਮਹਾਤਮ ਹੈ। ਸੋ ਪਵਿੱਤਰ ਜਲ ਯੋਗ ਸਾਧਨਾ ਵਾਲਾ, ਵਾਹਿਗੁਰੂ ਦੇ ਨਾਮ ਵਿੱਚ ਜੁੜਨ ਵਾਲਾ ਛਕੇ। ਤਰਪਣ ਜਲ ਪੀਵੈ ਸੁਰਸੁਰ ਕੋ, ਕਹਿੰਦੇ ਜੋਗੀ ਹੈ ਨਾ ਜਿਹੜੇ ਉਹ ਪਵਿੱਤਰ ਜਲ ਛਕਣ। ਜਿਵੇਂ ਸੁਰਸਰੀ ਦਾ ਗੰਗਾ ਦਾ ਜਲ ਹੈ, ਉਹ ਗੰਗਾ ਨੂੰ ਪਵਿੱਤਰ ਮੰਨਦੇ, ਅਸੀਂ ਆਪਣੇ ਤੀਰਥ ਸਥਾਨਾਂ ਨੂੰ, ਗੁਰੂ ਕੇ ਸਥਾਨਾਂ ਨੂੰ ਪਵਿੱਤਰ ਮੰਨਦੇ ਹਾਂ। ਸੋ ਭਾਈ ਦਇਆ ਸਿੰਘ ਜੀ ਦੋਵੇਂ ਚੀਜ਼ਾਂ ਨਾਲ ਨਾਲ ਨਿਰਣਾ ਕਰ ਰਹੇ ਆ, ਯੋਗ ਮਤ ਵੀ ਦੱਸ ਰਹੇ ਆ, ਨਾਲ ਨਾਲ ਗੁਰਮਤ ਦੀ ਵੀ ਗੱਲ ਕਰਦੇ ਆ, ਤਾਂ ਕਿ ਕੋਈ ਬਹੁਤੇ ਪੜ੍ਹੇ ਲਿਖੇ ਨਾ ਕਹਿਣ ਲੱਗ ਜਾਣ ਵੀ ਆਹ ਸਿੱਖਾਂ ਨੂੰ ਪਤਾ ਨਹੀਂ ਕੀ ਇਹ ਯੋਗ ਮਤ ਦੀਆਂ ਕਹਾਣੀਆਂ ਸੁਣਾਈ ਜਾਂਦੇ ਆ, ਆਹ ਵਿਦਾਂਤ ਦੀਆਂ ਕਹਾਣੀਆਂ ਬ੍ਰਾਹਮਣਵਾਦ ਨਾਲ ਜੋੜੀ ਜਾਂਦੇ ਆ। ਸੋ ਇਸ ਕਰਕੇ ਨਾਲ ਨਾਲ ਗੁਰਮਤ ਦਾ ਨਿਰਣਾ, ਗੁਰਮਤ ਦਾ ਆਸ਼ਾ, ਗੁਰਮਤ ਦਾ ਦ੍ਰਿਸ਼ਟੀਕੋਣ ਵੀ ਨਾਲ ਨਾਲ ਦੱਸਿਆ ਜਾਂਦਾ ਹੈ। ਸੋ ਕਹਿੰਦੇ ਪਵਿੱਤਰ ਜਲ ਨੂੰ ਛਕੇ ਔਰ ਇੰਦਰੀ ਨਿਗ੍ਰਹਿ ਤਪ ਸੋ ਤਪੰਤ। ਸੋ ਕਹਿੰਦੇ ਇਹਨੂੰ ਤਰਪਣ ਨੇਮ ਕਿਹਾ ਜਾਂਦਾ ਹੈ, ਅਤੇ ਇੰਦਰੀਆਂ ਨੂੰ ਕਹਿੰਦੇ ਰੋਕ ਕੇ ਰੱਖਣਾ ਮਾੜੇ ਕੰਮਾਂ ਵੱਲੋਂ, ਵਾਸ਼ਨਾਵਾਂ ਵੱਲੋਂ। ਸੋ ਇਹਨਾਂ ਨੂੰ ਤਪ ਸੋ ਤਪੰਤ, ਇਸ ਪ੍ਰਕਾਰ ਦੀ ਜਿਹੜੀ ਤਪੱਸਿਆ ਕਰਨੀ ਹੈ ਇਹਨੂੰ ਤਪ ਨੇਮ ਕਿਹਾ ਜਾਂਦਾ ਹੈ। ਫਿਰ ਜਿਹੜਾ ਕਹਿੰਦੇ ਕੋਈ ਮਮੁਖੀ ਹੈ, ਮਮੁਕਸ਼ੂ ਹੈ, ਮੋਕਸ਼ ਇੱਛਾ ਦਾ ਰੱਖਣ ਵਾਲਾ ਹੈ, ਮੁਕਤੀ ਦੀ ਇੱਛਾ ਰੱਖਣ ਵਾਲਾ ਜਿਹੜਾ ਕੋਈ, ਉਹਨੂੰ ਕਹਿੰਦੇ ਉਪਦੇਸ਼ ਰੂਪੀ ਦਾਨ ਦੇਵੇ। ਜੋ ਜਿੰਨਾ ਆਪ ਜਪਦਾ ਹੈ, ਜਿੰਨਾ ਆਪ ਨੂੰ ਪਤਾ, ਜਿੰਨੀ ਬਾਣੀ ਆਪ ਨੂੰ ਆਉਂਦੀ ਹੈ ਉਹ ਦੂਜਿਆਂ ਨੂੰ ਵੀ ਦੱਸੇ। ਆਪ ਜਪੈ ਅਵਰ ਹੈ ਨਾਮ ਜਪਾਵੈ, ਇਹ ਸਤਿਗੁਰਾਂ ਨੇ ਸਾਨੂੰ ਦੱਸਦਾ। ਕਿਉਂਕਿ ਕਈਆਂ ਮਤਾਂ ਵਿੱਚ ਅਤੇ ਜਾਂ ਕਈ ਡੇਰੇਦਾਰਾਂ ਦਾ ਆਪਾਂ ਦੇਖਦੇ ਹਾਂ ਸਿਸਟਮ, ਬਹੁਤ ਸਾਰੇ ਡੇਰੇ ਹੈ, ਉਹ ਤਾਂ ਇਹ ਕਹਿੰਦੇ ਆ ਨਾ ਵੀ ਜਿਹੜਾ ਨਾਮ ਅਸੀਂ ਤੁਹਾਨੂੰ ਦੇਤਾ ਵੀ ਗਾਂਹ ਜਾ ਕੇ ਕਿਸੇ ਨੂੰ ਦੱਸਿਓ ਨਾ, ਨਹੀਂ ਤਾਂ ਤੁਹਾਨੂੰ ਕੋਹੜ ਹੋ ਜਾਊਗਾ ਜਾਂ ਤੁਹਾਡੇ ਪੱਲੇ ਕੁਝ ਨਹੀਂ ਰਹਿਣਾ। ਇਸ ਤਰ੍ਹਾਂ ਦਾ ਪਖੰਡਵਾਦ ਚੱਲਦਾ ਨਾ। ਉਹਨਾਂ ਨੂੰ ਪਤਾ ਵੀ ਜੇ ਆਪੋ ਵਿੱਚ ਦੱਸਣ ਲੱਗ ਪਏ, ਇਹਨਾਂ ਨੂੰ ਪਤਾ ਲੱਗ ਜਾਣਾ ਸਿੱਖਾਂ ਨੂੰ ਵੀ ਹੈ ਤਾਂ ਇਹ ਗੁਰਬਾਣੀ ਦੇ ਵਿੱਚੋਂ ਸਤਿਪੁਰਖ ਅਕਾਲ ਮੂਰਤ ਸ਼ਬਦ ਸਰੂਪੀ ਰਾਮ, ਗੁਰਬਾਣੀ ਦੇ ਸ਼ਬਦ ਤੋੜ ਮੋੜ ਕੇ ਅਤੇ ਅਸੀਂ ਆਪਣਾ ਇੱਕ ਨਵਾਂ ਮੰਤਰ ਕੱਢਿਆ ਹੋਇਆ। ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਗੁਰਬਾਣੀ ਵਿੱਚੋਂ ਹੈ ਤਾਂ ਫਿਰ ਸਿੱਧੇ ਗੁਰਬਾਣੀ ਨਾਲ ਜੁੜਨ ਲੱਗ ਜਾਣਗੇ। ਸਾਡੀ ਪੂਜਾ ਨਹੀਂ ਕਰਨੀ ਕਿਸੇ ਨੇ, ਸਾਨੂੰ ਪਿਤਾ ਜੀ ਨਹੀਂ ਕਹਿਣਾ, ਸਾਨੂੰ ਗੁਰੂ ਜੀ ਨਹੀਂ ਕਹਿਣਾ ਕਿਸੇ ਨੇ। ਇਸ ਕਰਕੇ ਉਹ ਕਹਿੰਦੇ ਹੈ ਵੀ ਗਾਂਹ ਨਾ ਦੱਸਿਓ, ਵੀ ਜੇ ਗਾਂਹ ਦੱਸਿਆ ਤਾਂ ਤੁਹਾਨੂੰ ਕੋਹੜ ਹੋ ਜੂ। ਅਤੇ ਗੁਰਮੁਖੋ ਉਹਨਾਂ ਦੀ ਫੜੇ ਜਾਣ ਵਾਲੀ ਗੱਲ ਇਹ ਹੈ ਵੀ ਜੇ ਬੰਦਾ ਥੋੜ੍ਹਾ ਜਿਹਾ ਵਿਚਾਰਵਾਨ ਹੋਵੇ ਨਾ, ਖੈਰ ਵਿਚਾਰਵਾਨ ਹੁੰਦੇ ਨਹੀਂ ਜਿਹੜੇ ਇਹਨਾਂ ਦੇ ਚੇਲੇ ਬਣਦੇ ਆ, ਕਿਉਂਕਿ ਪਹਿਲਾਂ ਉਹਨਾਂ ਦਾ ਦਿਮਾਗ ਹੀ ਕੱਢਦੇ ਆ, ਬ੍ਰੇਨ ਵਾਸ਼ ਕਰਦੇ ਆ। ਜੇ ਕੋਈ ਥੋੜ੍ਹਾ ਜਿਹਾ ਵਿਚਾਰੇ ਅਤੇ ਸੋਚ ਲਏ ਵੀ ਜਿਹੜਾ ਬਾਬਾ ਆਪ ਉੱਥੇ ਹਜ਼ਾਰਾਂ ਨੂੰ ਲੱਖਾਂ ਨੂੰ ਦੱਸੀ ਜਾਂਦਾ ਹੈ, ਉਹਨੂੰ ਤਾਂ ਕੋਹੜ ਹੋਇਆ ਨਹੀਂ, ਵੀ ਮੇਰੇ ਦੱਸਣ ਨਾਲ ਦੂਜੇ ਨੂੰ ਕੋਹੜ ਕਿਵੇਂ ਹੋ ਜਾਊਗਾ। ਇਸ ਕਰਕੇ ਇਹ ਪਖੰਡਵਾਦ ਹੈ। ਪਰ ਕਹਿੰਦੇ ਗੁਰਮਤ ਦਾ ਨਿਰਣਾ ਕੀ ਹੈ ਜਾਂ ਯੋਗ ਦਾ ਨਿਰਣਾ ਕੀ ਹੈ ਵੀ ਜਿਹੜਾ ਆਪ ਜਪੇ ਉਹੀ ਉਪਦੇਸ਼ ਦੂਜਿਆਂ ਨੂੰ ਵੀ ਕਰੇ। ਜਿੰਨਾ ਆਪ ਨੂੰ ਪਤਾ, ਜੇ ਮੈਨੂੰ ਜਪਜੀ ਸਾਹਿਬ ਆਉਂਦਾ ਦੂਜੇ ਨੂੰ ਵੀ ਸਿਖਾ ਦੇਵਾਂ, ਮੈਨੂੰ ਮੂਲ ਮੰਤਰ ਕੰਠ ਹੈ ਦੂਜੇ ਨੂੰ ਵੀ ਕੰਠ ਕਰਵਾ ਦੇਵਾਂ। ਅਤੇ ਗੁਰਮਤ ਦੇ ਵਿੱਚ ਤਾਂ ਇਹ ਖੁੱਲ੍ਹਾ ਖੁਲਾਸਾ ਤਰੀਕਾ ਨਾ, ਭਾਈ ਗੁਰਦਾਸ ਜੀ ਨੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਹੀ ਕਹਿ ਦਿੱਤਾ। ਇੱਥੇ ਗੁਰਮੰਤਰ ਨੂੰ ਛੁਪਾ ਕੇ ਨਹੀਂ ਰੱਖਿਆ। ਭਾਈ ਗੁਰਦਾਸ ਜੀ ਕਹਿੰਦੇ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਵਾਹਿਗੁਰੂ ਗੁਰਮੰਤਰ ਹੈ, ਇਹਨੂੰ ਜਪ ਲਓਗੇ ਅਤੇ ਹਉਮੈ ਹੰਕਾਰ ਦੂਰ ਹੋ ਜਾਏਗਾ।
ਮੂਲ ਮੰਤਰ ਸਤਿਗੁਰਾਂ ਨੇ ਆਦਿ ਦੇ ਵਿੱਚ ਹੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲਿਖ ਦਿੱਤਾ। ਤੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਜਿਹੜਾ ਮਰਜ਼ੀ ਆ ਕੇ ਜਪ ਲੈ। ਕਿਸੇ ਨੂੰ ਕਿਹਾ ਜਾਂਦਾ ਵੀ ਗਾਹ ਨਹੀਂ ਦੱਸਣਾ, ਸਗੋਂ ਇੱਥੇ ਤਾਂ ਕਿਹਾ ਜਾਂਦਾ ਭਾਈ ਆਪ ਵੀ ਜਪੋ ਤੇ ਦੂਜਿਆਂ ਨੂੰ ਵੀ ਜਪਾਓ। ਸੋ ਜਿਹੜਾ ਸਾਧਕ ਹੈ, ਜਗਿਆਸੂ ਹੈ, ਮੁਮੁਖੀ ਕੋ ਉਪਦੇਸ਼ ਦਾਨ ਸੋ, ਕਹਿੰਦੇ ਮੁਮੁਖੂ ਨੂੰ ਉਹ ਉਪਦੇਸ਼ ਕਰ ਦੇਣਾ ਮੁਕਤੀ ਦੇ ਇਛਕ ਨੂੰ, ਇਹਨੂੰ ਕਹਿੰਦੇ ਦਾਨ ਦਾ ਨੇਮ ਕਿਹਾ ਜਾਂਦਾ ਹੈ। ਤਤਿਖਿਆ ਰਾਗ ਔਰ ਦੁਆਇਖ ਸਹੰਤ। ਤੇ ਤਤੀਖਿਆ ਕਿਹਨੂੰ ਕਹਿੰਦੇ ਹੈ? ਤਤੀਖਿਆ ਨੇਮ ਕੀ ਹੈ? ਰਾਗ ਅਤੇ ਦੁਆਇਖ ਨੂੰ ਸਹਿ ਲੈਣਾ, ਚਾਹੇ ਖੁਸ਼ੀ ਆਵੇ ਚਾਹੇ ਗਮੀ ਆਵੇ, ਦੋਨਾਂ ਵਿੱਚ ਇੱਕੋ ਜਿਹਾ ਰਹਿਣਾ। ਕਿਸੇ ਨੇ ਸਤਿਕਾਰ ਕਰਤਾ, ਕਿਸੇ ਨੇ ਨਿਰਾਦਰ ਕਰ ਦਿੱਤਾ, ਦੋਵਾਂ ਨੂੰ ਇੱਕੋ ਜਿਹਾ ਹੀ ਜਾਣਨਾ। ਇਹ ਨਹੀਂ ਵੀ ਜਿਹਨੇ ਤਿਰਸਕਾਰ ਕੀਤਾ ਉਹਦੇ 'ਤੇ ਕ੍ਰੋਧਿਤ ਹੋ ਜਾਣਾ, ਤੇ ਜਿਹਨੇ ਚਾਰ ਪ੍ਰਸ਼ੰਸਾ ਦੀਆਂ ਗੱਲਾਂ ਕਰਤੀਆਂ, ਚਾਰ ਪੰਪ ਮਾਰ ਦਿੱਤੇ ਤੇ ਉਹਦੇ 'ਤੇ ਖੁਸ਼ੀ ਕਰ ਦੇਣੀ ਵੀ ਮੈਂ ਤੇਰੇ 'ਤੇ ਬੜਾ ਖੁਸ਼ ਹਾਂ। ਕਹਿੰਦੇ ਸੋ ਇਹਨਾਂ ਤੋਂ ਰਹਿਤ ਹੋਵੇ। ਸੋ ਇਹ ਵੀ ਕਹਿੰਦੇ ਇੱਕ ਪ੍ਰਕਾਰ ਦਾ ਜਿਹੜਾ ਤਤਿਖਿਆ ਵੀ ਜਿਹੜਾ ਇੱਕ ਪ੍ਰਕਾਰ ਦਾ ਨੇਮ ਹੈ। ਬਾਕੀ ਨੇਮ ਜਿਹੜੇ ਅੱਗੇ ਆਉਣਗੇ ਉਹ ਆਪਾਂ ਕੱਲ੍ਹ ਦੀ ਕਥਾ ਦੇ ਵਿੱਚ ਵਿਚਾਰ ਲਵਾਂਗੇ। ਸੋ ਕਥਾ ਵਿਚਾਰ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ। ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਗੁਰਫਤਿਹ ਦੀ ਸਾਂਝ ਕਰਕੇ ਅਰਦਾਸ ਵਿੱਚ ਹਾਜ਼ਰੀ ਲਵਾਈਏ ਜੀ। ਔਰ ਦੁਆਇਖ ਸਹੰਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ